ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Good afternoon, students. I would request Jamandeep Singh to start Jaap Seva. ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Till then other students join. Only 10 participants are there. ਜੇਕਰ ਕਿਸੇ ਦਾ ਕੋਈ ਡਾਊਟ ਹੈ ਤੁਸੀਂ ਪੁੱਛ ਸਕਦੇ ਹੋ। ਆਪਾਂ 5 minutes ਹੋਰ ਵੇਟ ਕਰ ਲੈਂਦੇ ਹਾਂ ਉਸ ਤੋਂ ਬਾਅਦ। Till then if you have any doubts you can ask me please. ਹਾਂਜੀ ਯਸ ਅਸੀਂ ਪੁੱਛਣਾ ਤਾਂ ਹੈਗਾ ਲੇਕਿਨ ਇਹ ਸਾਡੇ ਬੁੱਕ ਤੋਂ ਹੈਗਾ ਵਾ ਅਸੀਂ ਉਸ ਤੋਂ ਪੁੱਛ ਸਕਦੇ ਹਾਂ। ਬਿਲਕੁਲ ਬਿਲਕੁਲ ਪੁੱਛ ਸਕਦੇ ਹੋ ਬੇਟੇ। ਮੈਂ ਇੱਕ ਹੈਗਾ ਸੀ ਕਿ ADHOC ਇਹਦਾ ਮੀਨਿੰਗ ਕੀ ਹੈ ਤੇ ਨਾਲ ਐਡਹੌਕ। ਹਾਂ ਇਟਸ ਐਡਹੌਕ ਹੁੰਦਾ ਜਿਵੇਂ ਜਿਸ ਤਰ੍ਹਾਂ ਤੁਹਾਡੇ ਸਕੂਲ ਦੇ ਵਿੱਚ ਐਡਹੌਕ ਟੀਚਰਸ ਹੁੰਦੇ ਆ ਪਤਾ ਹੈ? ਨੋ ਨਹੀਂ ਪਤਾ। ਜਿਹੜੇ ਜਿਹੜੇ ਟੀਚਰਸ ਜਾਂ ਜਿਹੜਾ ਸਟਾਫ ਹੈ ਨਾ ਆਪਾਂ ਉਹਨਾਂ ਨੂੰ ਟੈਂਪਰੇਰੀ ਸਟਾਫ ਕਹਿ ਦਿੰਦੇ ਹੁੰਦੇ ਆ। ਐਕਚੁਅਲੀ ਐਡ ਹੌਕ ADHOC ਮੈਂ ਟਾਈਪ ਕਰ ਦਿੰਦੀ ਹਾਂ ADHOC ਇਟਸ ਐਡ ਹੌਕ। ਠੀਕ ਹੈ ਤਾਂ ਇਹਦਾ ਇਹ ਹੁੰਦਾ ਹੈ ਕਿ ਜਿਹੜਾ ਕਿ ਕੁਝ ਜੋ ਕਿਸੇ ਪਰਪਸ ਲਈ ਉਹਨੂੰ ਕਿਹਾ ਜਾਂਦਾ ਹੈ ਐਡ ਹੌਕ। ਜੋ ਕਿਸੇ ਪਰਪਸ ਲਈ ਹੈ। ਹੁਣ ਕੀ ਹੁੰਦਾ ਹੈ ਕਾਲਜਸ ਦੇ ਵਿੱਚ ਜਾਂ ਸਕੂਲ ਦੇ ਵਿੱਚ ਐਡ ਹੌਕ ਸਟਾਫ ਹੁੰਦਾ ਹੈ। ਉਹਨਾਂ ਦਾ ਕੀ ਕੰਮ ਹੁੰਦਾ ਹੈ ਮਤਲਬ ਜਿਹਨੂੰ ਆਪਾਂ ਕੱਚੇ EMPLOYE ਨਹੀਂ ਕਹਿ ਦਿੰਦੇ ਕਈ ਵਾਰ। ਹਾਂਜੀ ਉਹ ਕੀ ਕੀਤਾ ਜਾਂਦਾ ਉਹਨਾਂ ਨੂੰ ਜਿਵੇਂ ਉਹਨਾਂ ਦੀ ਜੁਆਇਨਿੰਗ ਕਰਾ ਲਈ ਜਾਂਦੀ ਹੈ ਮਾਰਚ ਵਿੱਚ। ਫਿਰ ਉਹਨਾਂ ਨੂੰ ਜੂਨ ਜੁਲਾਈ ਜਦੋਂ ਛੁੱਟੀਆਂ ਨੇ ਉਸ ਤੋਂ ਪਹਿਲੇ ਉਹਨਾਂ ਨੂੰ ਲੀਵ ਕਰ ਦਿੱਤਾ ਜਾਂਦਾ ਹੈ ਰਿਲੀਵ ਕਰ ਦਿੱਤਾ ਜਾਂਦਾ ਹੈ ਕਿ ਠੀਕ ਹੈ ਅਗਲੇ ਸਾਲ ਫਿਰ ਅਪਾਇੰਟਮੈਂਟ ਹੁੰਦੀ ਹੈ। ਉਹਨਾਂ ਦੀ ਸੈਲਰੀਜ਼ ਵੀ ਘੱਟ ਹੁੰਦੀਆਂ ਨੇ। ਸੋ ਉਹ ਇੱਕ ਪਾਰਟਿਕੂਲਰ ਪਰਪਸ ਲਈ ਹੁੰਦੇ ਆ ਯਾਨੀ ਕਿ ਉਹ ਪੱਕੇ EMPLOYE ਨਹੀਂ ਹੁੰਦੇ ਤਾਂ ਅਸੀਂ ਉਹਨਾਂ ਨੂੰ ਐਡ ਹੌਕ ਕਹਿੰਦੇ ਆ ਐਡ ਹੌਕ। ਓਕੇ ਮੈਮ। ਹਾਂਜੀ ਇਹ ਵਰਡ ਤੁਸੀਂ ਕਿੱਥੇ ਸੁਣਿਆ? ਦਰਅਸਲ ਸਾਡੀ ਬੁੱਕ ਚ ਹੈਗਾ ਹੈ ਕੋਈ ਦਫ਼ਤਰੀ ਸ਼ਬਦਾਵਲੀ ਹੈ ਉਹਦਾ ਮੀਨਿੰਗ ਚ ਹੈਗਾ ਹੈ। ਪੰਜਾਬੀ ਚ ਕੀ ਲਿਖਿਆ ਹੋਇਆ ਹੈ? ਤਦ ਅਰਥ ਕੁਝ ਤਦ ਅਰਥ ਇਸ ਤਰ੍ਹਾਂ ਕੁਝ ਹੈਗਾ। ਹਾਂ ਹਾਂ ਜੋ ਕਿਸੇ ਪਰਪਸ ਲਈ ਹੈ ਜੋ ਕਿਸੇ ਮਤਲਬ ਆਪਾਂ ਨੂੰ ਪਤਾ ਨਹੀਂ ਜ਼ਰੂਰਤ ਪਏਗੀ ਹੋ ਸਕਦਾ ਉਹਨਾਂ ਨੂੰ ਪੱਕਾ ਕਰਨ ਦੀ ਲੋੜ ਹੀ ਨਾ ਪਵੇ। ਹਾਂਜੀ ਮੈਂ ਬੱਚੇ ਨਹੀਂ ਸਪੈਲਿੰਗ ਗਲਤ ਲਿਖ ਰਹੇ ਹੋ ਤੁਸੀਂ ਕਈ ਬੱਚੇ ਮੈਂ ਸਪੈਲਿੰਗ ਲਿਖ ਹੀ ਦਿੰਦੀ ਆ। ਇਟਸ AD space HOC ਠੀਕ ਹੈ ਮਤਲਬ ਜੋ ਕਿਸੇ ਸਪੈਸ਼ਲ ਪਰਪਸ ਲਈ ਹੈ ਤੇ ਉਹਨਾਂ ਨੂੰ ਜਦੋਂ ਪਰਪਸ ਸੋਲਵ ਹੋ ਜਾਏਗਾ ਅਸੀਂ ਉਹਨਾਂ ਨੂੰ ਰਿਲੀਵ ਕਰ ਦਾਂਗੇ। ਠੀਕ ਹੈ ਓਕੇ ਮੈਮ। ਹਾਂ ਹੋਰ ਕੋਈ ਕੁਐਸਚਨ? ਜਸ ਇੱਕ ਹੋਰ ਹੈਗਾ ਸੀ ਇੱਥੇ ਸੀ ਸ਼ਾਇਦ ਇਨ ਐਡੀਸ਼ਨ ਇੱਕ ਹੈਗਾ ਸੀ ਸਪੈਲਿੰਗ ਕਰ ਦਿੰਨੇ ਸਪੈਲ ਕਰ ਦਿੰਨੇ EMBEZZLEMENT। ਯੈਸ ਇਟਸ embezzlement। embezzlement ਗਬਨ ਸੁਣਿਆ? ਗਬਨ ਕੀ ਹੁੰਦਾ ਹੈ?
हाँ जी गबन ही लिखा है इत्थे भी, लेकिन पता नहीं है। अच्छा पता नहीं गबन की हुंदा है। हाँ जी गबन उर्दू ਦਾ वर्ड है, मुंशी प्रेमचंद ਦੀ ਇੱਕ ਨੋਵਲ ਹੈ ਗਬਨ ਹੈ ਉਹਦਾ ਨਾਮ, ਐਮਬੈਜ਼ਲਮੈਂਟ। ਸੋ ਉਹ ਗਬਨ ਕੀ ਹੁੰਦਾ ਹੈ, ਜਦੋਂ ਤੁਸੀਂ ਆਪਣੇ ਮੰਨ ਲਓ ਤੁਹਾਨੂੰ ਡਿਊਟੀ ਦਿੱਤੀ ਗਈ ਹੈ, ਪੈਸਾ ਫਾਈਨਾਂਸ ਦੀ ਡਿਊਟੀ ਤੁਹਾਡੇ ਕੋਲ ਹੈ, ਤੇ ਤੁਸੀਂ ਕੀ ਘਪਲਾ ਨਹੀਂ ਕਹਿੰਦੇ ਆਪਾਂ ਜਿਹਨੂੰ ਘਪਲਾ, ओके मैम that is ਗਬਨ ओके है ना। मतलब कोई भी पता ही नहीं चलिया कि वो अंदर ही अंदर तुसी इन्ने करोड़ रुपीस दा गबन कर लिया, तो वो दैट इज एम्बेजलमेंट। ओके हाँ घपला हाँ जी घपला ही, गबन मतलब अंदर पता ही नहीं चलता, ऊपर जिवें ऑफिशियली ओदा कोई रिकॉर्ड नहीं हुंदा, ते अंदर अंदर वो खादे जांदे हैं पैसे, ठीक है ना, गबन हो जाता है, तो दैट इज एम्बेजलमेंट। हाँ जी ਤੇ ਇੱਕ ਸੈਂਟੈਂਸ ਹੈ ਸ਼ਾਇਦ ਹਾਫ ਸੈਂਟੈਂਸ ਹੀ ਹੋਏਗਾ ਸ਼ਾਇਦ, ਇਹਨੂੰ ਅਸੀਂ ਕਹਿ ਸਕਦੇ ਇੱਥੇ ਲਿਖਿਆ ਕਾਈਂਡਲੀ ਐਕਨੋਲੇਜ ਰਿਸੀਪਟ। ਹਾਂ अच्छा अच्छा एक और गबन ਦਾ ਮੈਂ ਤੈਨੂੰ ਉਹ ਵੀ ਦੱਸਦੀ ਆ, ਮਤਲਬ ਜੇ ਅਗਰ ਮੰਨ ਲਓ ਪ੍ਰਾਪਰਟੀ ਕਿਸੇ ਦੀ ਮੇਰੇ ਨਾਮ ਤੇ ਹੈ, ਸੌਰੀ ਕਿਸੇ ਹੋਰ ਦੇ ਨਾਮ ਤੇ ਹੈ, ਤੇ ਮੈਂ ਅੰਦਰ ਇਦਾਂ ਦਾ ਘਪਲਾ ਕੀਤਾ ਕਿ ਪ੍ਰਾਪਰਟੀ ਮੇਰੇ ਨਾਮ ਤੇ ਹੋ ਗਈ, ਇਹਨੂੰ ਵੀ ਗਬਨ ਹੀ ਬੋਲਦੇ ਆ, ਸਮਝ ਗਏ। ਓਕੇ ਇਹ ਵੀ ਗਬਨ ਹੀ ਹੈ, मतलब तुसी कोई किसी चीज नु वो करता, मतलब गलत वो करता, घपला कर दिता, दैट इज। हाँ जी स्पेलिंग है बच्चे दे EMBEZZLEMENT, EMBEZZLEMENT। हाँ जी होर की पूछ रहे सी तुसी। हाँ जी एक हैगा ये हैगा काइंडली एक्नॉलेज रिसीप्ट। हाँ एक्नॉलेज हुंदा है, एक्नॉलेज ਦਾ मतलब ਹੁੰਦਾ ਹੈ ਕਿਸੇ ਚੀਜ਼ ਦੀ ਇਹ ਦੱਸਣਾ ਕਿ ਉਹ ਚੀਜ਼ ਮੇਰੇ ਤੱਕ ਪਹੁੰਚ ਗਈ ਹੈ, ਠੀਕ ਹੈ। एक्नॉलेज ਦੀ रिसीट ਦਾ ਕੀ मतलब ਹੁੰਦਾ ਹੈ, ਦੇਖੋ रिसीट RECEIPT ਇਹੀ ਹੋਏਗਾ ਨਾ। हाँ जी रिसीट रिसीट, रिसीट ਇਹਦੇ ਵਿੱਚ P ਸਾਇਲੈਂਟ ਹੈ, RE ਸਾਰੇ ਬੱਚਿਆਂ ਲਈ ਮੈਂ ਦੱਸ ਰਹੀ ਹਾਂ, RECEIPT ਤਕਰੀਬਨ ਇਹਨੂੰ ਸਾਰੇ ਰਿਸਿਪਟ ਬੋਲਦੇ ਆ, but this is absolutely wrong, it is receipt। receipt मतलब पहुंच। एक्नॉलेजमेंट ਹੁੰਦਾ ਹੈ, ਮੰਨ ਲਓ ਮੈਂ एक्नॉलेजमेंट ਇੱਥੇ ਵੀ ਦੱਸਿਆ ਸੀ ਕਲਾਸ ਵਿੱਚ, ਇਹਨੂੰ ਅਸੀਂ ਦੋ ਤਰੀਕੇ ਯੂਜ਼ ਕਰ ਸਕਦੇ ਹਾਂ। ਸਪੋਜ਼ਿੰਗ ਤੁਸੀਂ ਮੈਨੂੰ ਇੱਕ ਲੈਟਰ ਭੇਜੀ, ਲੈਟਰ ਮੈਨੂੰ ਪਹੁੰਚ ਗਈ ਹੈ, ਤਾਂ ਮੈਂ ਤੁਹਾਨੂੰ ਇੱਕ ਰਸੀਦ ਤੇ ਭੇਜਾਂਗੀ, ਹਾਂਜੀ ਇਹ ਲੈਟਰ ਮੈਨੂੰ ਮਿਲ ਗਈ ਹੈ। एक्नॉलेज ਹੁੰਦਾ ਹੈ ਵੀ ਕੋਈ ਚੀਜ਼ ਤੁਹਾਡੇ ਤੱਕ ਪਹੁੰਚ ਗਈ ਹੈ, ਉਸ ਚੀਜ਼ ਨੂੰ ਦੱਸਣਾ ਕਿ ਹਾਂ ਇਹ ਚੀਜ਼ ਮੇਰੇ ਤੱਕ ਪਹੁੰਚ ਗਈ ਹੈ, समझ गए। काइंडली एक्नॉलेज द रिसीट, मान ले मैं तेनू कोई पैकेट भेजा है, मैनू किवें पता चलेगा तू तेरे कोल पहुंचया कि नहीं पहुंचया। हाँ जी जमनदीप सिंह आर यू गेटिंग मी। यस यस हाँ तो तू मैनू या तो मैसेज करेगा या फोन करेगा, या कोई जदों फोन और मैसेज ना होए तो ਆਪਾਂ ਇੱਕ ਲੈਟਰ ਭੇਜਦੇ ਹੁੰਦੇ ਸੀ, ਉਹਨੂੰ एक्नॉलेजमेंट रिसीट ਕਹਿੰਦੇ ਹੁੰਦੇ ਸੀਗੇ। एक्नॉलेज ਇੱਥੇ एक्नॉलेज रिसीट ਦਾ ਮਤਲਬ ਹੈ ਜਦੋਂ ਚੀਜ਼ ਤੁਹਾਡੇ ਕੋਲ ਪਹੁੰਚ ਜਾਵੇ ਤੇ ਸਾਨੂੰ ਦੱਸ ਦੇਈਓ। इस लाइन का मतलब है काइंडली एक्नॉलेज द रिसीट, ਜਦੋਂ ਉਹ ਚੀਜ਼ ਤੁਹਾਡੇ ਤੱਕ ਪਹੁੰਚ ਗਈ ਤੇ ਸਾਨੂੰ ਦੱਸ ਦੇਈ। ਓਕੇ ਮੈਮ ਠੀਕ ਹੈ। ਇੱਕ एक्नॉलेज ਦਾ ਮਤਲਬ ਹੁੰਦਾ ਹੈ ਕਿਸੇ ਦੀ ਕੀਤੀ ਨੂੰ ਜਾਣਨਾ, ਜਿਵੇਂ ਕਿਸੇ ਨੇ ਤੁਹਾਡੇ ਲਈ ਕੁਝ ਕੀਤਾ, ਤੁਸੀਂ ਉਹਨੂੰ ਥੈਂਕ ਯੂ ਕਰਦੇ ਹੋ, ਉਹਨੂੰ ਬਾਰ-ਬਾਰ ਜਤਾਉਂਦੇ ਹੋ ਕਿ ਹਾਂ ਤੂੰ ਮੇਰੇ ਲਈ ਇਹ ਕੀਤਾ, ਤੂੰ ਮੇਰੇ ਲਈ ਕੀਤਾ, ਬਹੁਤ ਥੈਂਕ ਯੂ, ਇਹਨੂੰ ਵੀ एक्नॉलेजमेंट ਕਹਿੰਦੇ ਆ। ਓਕੇ ਮੈਮ ਇਹ ਵੀ ਉਹੀ ਗੱਲ ਹੋ ਗਈ ਨਾ, ਇਹ ਭਾਵਨਾਵਾਂ ਦੀ ਹੋ ਗਈ, ਉਹ ਚੀਜ਼ਾਂ ਦੀ ਸੀ, ਇਹ ਭਾਵਨਾਵਾਂ ਦੀ, ਵੀ ਤੁਹਾਡੀ ਮਤਲਬ ਤੁਹਾਡੀ ਚੀਜ਼ ਮੇਰੇ ਤੱਕ, ਤੂੰ ਮੇਰੀ ਹੈਲਪ ਕੀਤੀ ਤੇ ਮੈਂ ਬਾਰ-ਬਾਰ ਤੈਨੂੰ ਕਵਾਂਗੀ ਥੈਂਕ ਯੂ, ਤੂੰ ਮੇਰੀ ਹੈਲਪ ਕੀਤੀ। ਆਪਾਂ ਉਸ ਚੀਜ਼ ਨੂੰ ਜਤਾਣਾ ਹੈ ਨਾ, ਜਿਵੇਂ ਦੱਸਣਾ ਕਿ ਹਾਂ ਤੁਸੀਂ ਮੇਰੇ ਲਈ ਇਹ ਕੀਤਾ, ਇਹਨੂੰ ਵੀ एक्नॉलेजमेंट ਕਹਿੰਦੇ ਆ। ਆਪਾਂ ਕਹਿੰਦੇ ਨਾ ਕਿਸੇ ਦੀ ਕੀਤੀ ਨੂੰ ਜਾਣੋ, ਯਾਨੀ ਕਿ ਕਿਸੇ ਦੇ ਚੰਗੇ ਕੰਮ ਨੂੰ एक्नॉलेज ਕਰੋ। ਓਕੇ ਓਕੇ एक्नॉलेज मींस ਕੀਤੀ ਨੂੰ ਜਾਣਨਾ, ठीक है। हाँ जी Any other word? मैम थैंक यू मैम। गुड इवनिंग मैम। हाँ जी गुड इवनिंग मैम ਜਿਹੜਾ ਤੁਸੀਂ ਉਹ 4 ਵਜੇ ਵਾਲੀ ਕਲਾਸ ਵਿੱਚ ਪੜਾਇਆ ਸੀ ਉਹਦੇ ਵਿੱਚੋਂ ਕੁਐਸਚਨ ਪੁੱਛਣੇ ਸੀ। हाँ पूछो जी पूछो। मैम हाउ डू वी प्रोनाउंस इट TENANT? It's tenant, tenant, tenant tenant नहीं होएगा, tenant, tenant हाँ tenant। ओके मैम यस मैम। ਤੇ ਮੈਮ ਇੱਕ SPOUSE spouse,
spouse ਸਪਾਊਸ। ਇਹਦਾ ਮੈਮ ਮੀਨਿੰਗ ਵੀ ਦੱਸ ਦਿਓ। ਬੱਚੇ ਸਪਾਊਸ ਹੁੰਦਾ ਹੈ ਜਿਹਦੇ ਨਾਲ ਤੁਹਾਡਾ ਵਿਆਹ ਹੋਇਆ ਹੈ, ਉਹਨੂੰ ਸਪਾਊਸ ਕਹਿੰਦੇ ਆ। ਦੇਖੋ ਹੁਣ ਇਹ ਗੱਲ ਕਿਵੇਂ ਯੂਜ਼ ਹੁੰਦੀ ਹੈ। ਸਪੋਜ਼ ਕਰੋ ਤੁਸੀਂ ਕੋਈ ਫਾਰਮ ਭਰਿਆ, ਹੁਣ Yes, ਜਦੋਂ ma'am. ਤੁਸੀਂ ਫਾਰਮ ਭਰਦੇ ਹੋ ਕੀ ਲਿਖਿਆ ਹੁੰਦਾ ਹੈ? ਨੇਮ ਆਫ ਦ ਕੈਂਡੀਡੇਟ, ਸਪਾਊਸਸ ਨੇਮ। ਅਗਰ Yes, ਨੇਮ ma'am. ਆਫ ਦ ਕੈਂਡੀਡੇਟ, ਅਗਰ ਕੋਈ ਮੁੰਡਾ ਉਹ ਭਰ ਰਿਹਾ ਹੈ, ਆਪਣਾ ਨਾਮ ਭਰ ਰਿਹਾ, ਤਾਂ ਉਹਦਾ ਸਪਾਊਸ ਕੌਣ ਹੋਏਗਾ? ਉਹਦੀ ਵਾਈਫ। ਅਗਰ ਕੋਈ ਕੁੜੀ ma'am. ਫਾਰਮ ਭਰੀ ਹੈ ਤਾਂ ਉਹਦਾ ਸਪਾਊਸ। ਸਪਾਊਸ ਮੀਨਸ ਤੁਹਾਡਾ ਜਿਹਦਾ ਤੁਹਾਡੇ ਨਾਲ ਵਿਆਹ ਹੋਇਆ ਹੈ, ਸਪਾਊਸ। ਓਕੇ ਮੈਮ। ਮਤਲਬ ਉਹ ਬॉय ਗਰਲ ਕੋਈ ਵੀ ਹੋ ਸਕਦਾ ਹੈ ਨਾ। ਯੈਸ ਮੈਮ। ਏਦਾਂ ਇਹਨੂੰ ਯੂਜ਼ ਕੀਤਾ ਜਾਂਦਾ ਹੈ ਇਸ ਵਰਡ ਓਕੇ ਮੈਮ। ਮੈਮ ਇੱਕ ACQUAINTANCE। ਹਾਂ, ਇਟਸ ਐਕੁਐਂਟੈਂਸ। 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 ਐਕੁਐਂਟੈਂਸ ਸਮਝ Okay, ਗਏ? ma'am. ਐਕੁਐਂਟੈਂਸ। ਐਕੁਐਂਟੈਂਸ ਹੁੰਦਾ ਹੈ ਜਾਣ ਪਛਾਣ। Acquaintance. Okay, ma'am. And ma'am, MUTUAL. It's mutual. Mutual. ਅੱਜਕੱਲ ਟੀਵੀ ਤੇ ਤੁਸੀਂ ਬੜਾ ਸੁਣਦੇ ਹੋਗੇ, ਮਿਊਚੁਅਲ ਫੰਡਸ ਨਹੀਂ ਹੁੰਦੇ, ਸਬਜੈਕਟ ਟੂ ਮਾਰਕੀਟ ਰਿਸਕ। ਮਿਊਚੁਅਲ ਫੰਡਸ, ਮਿਊਚੁਅਲ ਫੰਡਸ। ਮਿਊਚੁਅਲ Yes, ਹੁੰਦੇ ma'am. ਆਪਸ ਵਿੱਚ। ਮਿਊਚੁਅਲ ਮੀਨਸ ਆਪਸ ਵਿੱਚ। Yes, ma'am. Yes, ma'am. Ma'am, BRITTLE. BRITTL, brittle. 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 ਤੇ ਮੈਮ ਇਹਦਾ ਮੀਨਿੰਗ ਵੀ ਦੱਸ ਦਿਓ। ਬ੍ਰਿਟਲ ਰਿਲੇਸ਼ਨ। ਬ੍ਰਿਟਲ ਦਾ ਐਗਜ਼ੈਕਟ ਮੀਨਿੰਗ ਹੁੰਦਾ ਉਹ ਚੀਜ਼ ਜਿਹੜੀ ਦੇਖਣ ਨੂੰ ਕੜਕ ਹੋਵੇ ਪਰ ਬੜੀ ਈਜ਼ੀਲੀ ਟੁੱਟ ਜਾਵੇ। ਜਿਵੇਂ ਅਸੀਂ ਕਹਿੰਦੇ ਆ, ਐਗਜ਼ਾਮਪਲ ਮੈਂ ਅਕਸਰ ਇਹਦੀ ਦਿੰਦੀ ਹੁੰਦੀ ਆ, ਜਿਵੇਂ ਰੁੱਖਾਂ ਦੀਆਂ ਟਾਹਣੀਆਂ ਹੁੰਦੀਆਂ ਨਾ, ਸੁੱਕੀਆਂ ਟਾਹਣੀਆਂ। ਯੈਸ ਮੈਮ। ਉਹ ਜਦੋਂ ਬਿਲਕੁਲ ਸੁੱਕ ਜਾਂਦੀਆਂ ਕੀ ਬਣ ਜਾਂਦੀਆਂ? ਬ੍ਰਿਟਲ ਹੋ ਜਾਂਦੀਆਂ। ਯੈਸ ਮੈਮ। ਨਾ, ਸੋ ਬ੍ਰਿਟਲ ਮੀਨਸ ਜਿਹੜੀ ਹਾਰਡ ਹੋਵੇ ਚੀਜ਼, ਦੇਖਣ ਨੂੰ ਹਾਰਡ ਲੱਗੇ ਬਟ ਈਜ਼ੀਲੀ ਟੁੱਟ ਜਾਏ, ਤਿੜਕ ਜਾਏ ਫਟਾਫਟ, ਉਹਨੂੰ ਬ੍ਰਿਟਲ ਕਹਿੰਦੇ ਹੈ ਨਾ। ਓਕੇ ਮੈਮ। ਮੈਮ THICKER। THICKER, thicker, thicker. हाँ, thick, thicker, thickest. Thick means गाढ़ा, संगना। Thick, thicker, thickest. संगना। ਆਪਾਂ ਕੀਤਾ ਸੀ ਨਾ, blood is thicker than water. Yes ma'am. ਲਹੂ ਪਾਣੀ ਨਾਲੋਂ ਸੰਘਣਾ ਹੁੰਦਾ ਹੈ, thick ਹੁੰਦਾ ਹੈ ਨਾ। ਇਹਦਾ ਮਤਲਬ ਵੀ ਜਿਹੜੇ ਤੁਹਾਡੇ ਆਪਾਂ ਕਹਿੰਦੇ ਆ ਨਾ ਕਿ ਜਿਹੜੇ ਆਪਣੀ ਫੈਮਿਲੀ ਵਾਲੇ ਤਾਂ ਆਪਣੇ ਹੀ ਹੁੰਦੇ ਆ, ਉਹੀ ਕੰਮ ਆਉਂਦੇ ਹੁੰਦੀ, ਆਪਣੀ ਫੈਮਿਲੀ ਮੁਸੀਬਤ ਵੇਲੇ ਕੰਮ ਆਉਂਦੀ ਹੈ। Yes ma'am. ਕਿ ਲਹੂ ਜਿਹੜਾ ਹੈ ਨਾ ਉਹ ਸੰਘਣਾ ਹੁੰਦਾ ਹੈ ਉਹਦੇ ਨਾਲੋਂ, ਪਾਣੀ ਨਾਲੋਂ। ਇਸ ਪ੍ਰੋਵਰਬ ਦਾ ਇਹ ਮਤਲਬ ਹੈ। ਓਕੇ ਮੈਮ। ਮੈਮ ਲਾਸਟ PRECEPTOR। ਦੁਬਾਰਾ ਬੋਲੋ। PRECEPTOR। ਓਕੇ, ਇਟਸ preceptor. Preceptor। ਹਾਂ, preceptor. ਓਕੇ ਮੈਮ। ਮੈਮ ਇਹਨੂੰ ਆਪਾਂ ਗੁਰੂ ਬੋਲਦੇ ਆ? ਹਾਂ, ਗੁਰੂ, ਗੁਰੂਦੇਵ, preceptor। ਤੇ ਮੈਮ ਟੀਚਰ ਨੂੰ ਤਾਂ ਆਪਾਂ ਅਧਿਆਪਕ ਹੀ ਬੋਲਦੇ ਆ ਨਾ। ਅਧਿਆਪਕ ਹੈ, ਪਰ ਆਪਾਂ ਜਿਵੇਂ ਗੁਰੂ ਹੀ ਕਹਿ ਦਿੰਦੇ ਆ ਵੀ ਜਿਹਨੇ ਮੈਨੂੰ ਟੀਚ ਕੀਤਾ ਹੈ ਨਾ। ਹੁਣ ਜਿਵੇਂ ਅਸੀਂ ਆਪਣੀ ਜਿਹੜੀ ਆਮ ਭਾਸ਼ਾ ਦੇ ਵਿੱਚ ਵੀ ਆਪਾਂ ਕਹਿੰਦੇ ਆ ਇਹ ਮੇਰੇ ਟੀਚਰ ਹੈ, ਇਹ ਮੇਰੇ ਉਸਤਾਦ ਹੈ, ਉਸਤਾਦ ਹੈ, ਇਹ ਮੇਰੇ ਗੁਰੂ ਨੇ, ਇਹ ਮੇਰੇ ਗੁਰਦੇਵ ਹੈ। ਆਪਾਂ ਕੁਛ ਵੀ ਬੋਲ ਦਿੰਦੇ ਆ ਨਾ। ਇਸੇ ਤਰ੍ਹਾਂ ਹੀ ਆਪਾਂ ਟੀਚਰ ਵੀ ਕਹਿ ਸਕਦੇ ਆ, ਇਹ ਮੇਰੇ ਇੰਸਟਰਕਟਰ ਨੇ, ਇਹ ਮੇਰੇ ਟੀਚਰ ਨੇ, ਇਹ ਮੇਰੇ ਟ੍ਰੇਨਰ ਨੇ ਜਿਨ੍ਹਾਂ ਨੇ ਮੈਨੂੰ ਟ੍ਰੇਨ ਕੀਤਾ ਹੈ ਨਾ। ਸੋ ਪ੍ਰੀਸੈਪਟਰ ਮੀਨਸ ਇਹ ਮੇਰੇ ਗੁਰੂ ਨੇ। ਯੈਸ ਮੈਮ। ਮੈਮ HEAIR, 에ਅਰ ਹੀ ਬੋਲਣਾ ਨਾ ਇਹਨੂੰ? 에ਅਰ ਬੋਲਣਾ ਬੱਚੇ, ਇਹਦੇ ਵਿੱਚ ਐਚ ਸਾਇਲੈਂਟ। ਓਕੇ ਮੈਮ, ਥੈਂਕ ਯੂ ਮੈਮ। ਓਕੇ ਜੀ। ਮੈਨੂੰ ਵਿੱਚ ਇੱਕ ਫਲੈਸ਼ ਹੋਇਆ ਸੀ, ਬਲੈਂਡ। ਬਲੈਂਡ ਦਾ ਮਤਲਬ ਹੁੰਦਾ ਬੱਚੇ ਬਲੈਂਡ ਕਰਦੇ ਨਾ ਕਿਸੇ ਚੀਜ਼ ਨੂੰ, ਵਿੱਚ ਮਿਕਸ ਕਹਿ ਸਕਦੇ ਹੋ। ਜਿਵੇਂ ਤੁਸੀਂ ਆਪਣੇ ਜੂਸਰ ਮਿਕਸਰ ਗ੍ਰਾਈਂਡਰ ਲਿਆਉਂਦੇ ਹੋ ਤਾਂ ਆਪਾਂ ਕਹਿੰਦੇ ਨਹੀਂ ਇਹਨੂੰ ਬਲੈਂਡਰ, ਜਿਹਦੇ ਨਾਲ ਤੁਸੀਂ ਬਲੈਂਡ ਕਰ ਲੈਂਦੇ ਹੋ ਚੀਜ਼ਾਂ ਨੂੰ, ਇੱਕ ਦੂਸਰੇ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਲੈਂਦੇ ਹੋ, ਉਹਨੂੰ ਬਲੈਂਡ ਕਰਨਾ ਕਹਿੰਦੇ। ਠੀਕ ਹੈ, ਬਲੈਂਡ। ਇੱਕ ਹੋਰ ਕੁਐਸਚਨ ਸੀਗਾ, ਤੁਸੀਂ ਸ਼ਾਇਦ ਗੁਰਪਿੰਦਰ ਨੇ ਹੀ ਪੁੱਛਿਆ ਸੀ, ਮੈਨੂੰ ਫਲੈਸ਼ ਹੋਇਆ ਸੀ, ਰਿਸ਼ਵਤ ਨੂੰ। ਬੱਚੇ ਰਿਸ਼ਵਤ ਹੁੰਦੀ ਹੈ ਬ੍ਰਾਈਬ, BRIBE, ਬ੍ਰਾਈਬ, ਬ੍ਰਾਈਬ। ਹਾਂਜੀ, ਗੁੱਡ ਈਵਨਿੰਗ ਮੈਮ। ਜੀ ਹਾਂਜੀ, ਗੁੱਡ ਈਵਨਿੰਗ ਮੈਮ। ਜਿਸ ਤਰ੍ਹਾਂ ਆਪਾਂ ਯੂਜ਼ ਕਰਦੇ ਹਾਂ ਟੁਵਾਰਡਸ, ਅਬਾਊਟ, ਬਿਲੋ, ਔਨ, ਐਟ, ਮੈਮ ਇਹਨਾਂ ਦੇ ਵਿੱਚ ਕਨਫਿਊਜ਼ਨ ਹੋ ਜਾਂਦੀ ਹੈ ਵੀ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਯੂਜ਼ ਕਰਨਾ ਹੈ।
ਓਕੇ ਬੇਟਾ ਆਪਾਂ ਏਦਾਂ ਕਰਾਂਗੇ, ਇਹ ਪ੍ਰੈਪੋਜੀਸ਼ਨਸ ਹੈ, ਆਪਾਂ ਇਹਨਾਂ ਦੇ ਯੂਜ਼ੇਜ, ਇਹਨਾਂ ਦੀ ਕਲਾਸ ਆਪਾਂ ਇਹਦੇ ਤੇ ਰੱਖ ਲਾਂਗੇ। ਇਜ਼ ਇਟ ਓਕੇ ਟੂ ਆਲ? ਜੇ ਅਗਰ ਆਪਾਂ ਇੱਕ ਸਾਰੇ ਬੱਚਿਆਂ ਨੂੰ ਓਕੇ ਹੈ, ਆਪਾਂ ਜੇ ਪ੍ਰੈਪੋਜੀਸ਼ਨਸ ਤੇ ਕਰ ਲਈ, ਜਾਂ ਕੋਈ ਹੋਰ ਟੌਪਿਕ ਹੈ ਜਿਹੜਾ ਤੁਸੀਂ ਮਿਊਚੁਅਲੀ ਡਿਸਾਈਡ ਕਰ ਲਓ, ਮਿਊਚੁਅਲੀ ਡਿਸਾਈਡ ਕਰ ਲਓ ਕਿਹੜਾ ਟੌਪਿਕ ਸਹੀ ਹੈ ਸਾਰਿਆਂ ਨੂੰ। ਹੁਣ ਆਪਾਂ ਵਰਡ ਕੀਤਾ ਸੀ ਨਾ ਮਿਊਚੁਅਲ, ਤੁਸੀਂ ਆਪਸ ਵਿੱਚ ਡਿਸਾਈਡ ਕਰ ਲਓ। ਓਕੇ ਠੀਕ ਹੈ, ਚਲੋ ਆਪਾਂ ਪ੍ਰੈਪੋਜੀਸ਼ਨ ਦੇ ਇੱਕ ਦੋ ਮੈਮ ਰਿਸਿਪਟ, ਮੈਮ ਉਹਨੂੰ ਰਸੀਦ ਬੋਲਣਾ ਹੈ? ਰਿਸੀਟ, ਰਿਸੀਟ ਬੱਚੇ ਨੂੰ ਰਿਸਿਪਟ ਨਹੀਂ ਬੋਲਣਾ, ਰਿਸੀਟ। ਓਕੇ ਮੈਮ। ਮੈਮ ਜਿਸ ਜਿਹੜੀ ਤਰ੍ਹਾਂ ਰਸੀਦ ਹੁੰਦੀ ਹੈ ਨਾ, ਆਪਾਂ ਉਹਨੂੰ ਕਹਿੰਦੇ ਰਿਸਿਪਟ ਦੇ ਦਿਓ ਮੈਨੂੰ, ਨਹੀਂ ਉਹ ਰਿਸੀਟ ਹੁੰਦੀ ਹੈ। ਮੈਮ ਜਿਸ ਤਰ੍ਹਾਂ ਕੋਈ ਵੀ ਮੰਨ ਲਓ ਮੈਮ, ਜ਼ਰੂਰੀ ਨਹੀਂ ਕਿ ਮਤਲਬ ਕਿ ਕਿਸੇ ਚੀਜ਼ ਦੀ ਹੋਵੇ, ਆਪਾਂ ਨੂੰ ਸਕੂਲ ਦੇ ਵਿੱਚ ਫੀ ਰਿਸਿਪਟ ਵੀ ਮਿਲਦੀ ਆ। ਹਾਂ ਨਹੀਂ ਨਹੀਂ, ਉਹ ਫੀ ਰਿਸੀਟ ਹੁੰਦੀ ਹੈ। ਓਕੇ ਹਾਂਜੀ ਥੈਂਕ ਯੂ ਮੈਮ। ਹਾਂਜੀ ਨੈਕਸਟ। ਹਾਂਜੀ ਮੈਮ, ਮੈਂ ਪੁੱਛਣਾ ਸੀ ਮੈਮ, ਪ੍ਰੋਮਿਸਰ ਤੇ ਪ੍ਰੋਮਿਸਿਜ ਕੀ ਮਤਲਬ ਕਿ ਮੈਮ ਇਹਨਾਂ ਦਾ ਮੀਨਿੰਗ ਕੀ ਦੋਨਾਂ ਦਾ? ਤੁਸੀਂ ਕਾਮਰਸ ਪੜ੍ਹ ਰਹੇ ਹੋ, ਬਿਲਸ ਆਫ ਐਕਸਚੇਂਜ ਪੜ੍ਹ ਰਹੇ ਹੋ? ਯੈਸ ਮੈਮ, ਮੈਂ ਬੀਕਾਮ ਫਸਟ ਈਅਰ ਮੈਮ, ਕਮਰਸ਼ੀਅਲ ਲਾਅ ਦਾ ਚੈਪਟਰ ਸੀ। ਹਾਂ, ਤੇ ਪ੍ਰੋਮਿਸਰ ਹੁੰਦਾ ਹੈ ਜੋ ਪ੍ਰੋਮਿਸ ਕਰਦਾ ਹੈ, ਔਰ ਹਾਂਜੀ ਪ੍ਰੋਮਿਸੀ ਹੁੰਦਾ ਹੈ ਜਿਹਦੇ ਨਾਲ ਪ੍ਰੋਮਿਸ ਕੀਤਾ ਜਾਂਦਾ ਹੈ। ਠੀਕ ਹੈ ਮੈਮ। ਪ੍ਰੋਮਿਸਰੀ ਨੋਟਸ ਹੁੰਦੇ ਆ ਨਾ, ਪ੍ਰੋਮਿਸਰੀ ਨੋਟਸ, ਹਾਂਜੀ ਮੈਮ। ਹੈ ਨਾ। ਸੋ ਪ੍ਰੋਮਿਸਰ ਦ ਵਨ ਹੂ ਪ੍ਰੋਮਿਸਸ, ਪ੍ਰੋਮਿਸੀ ਹੁੰਦਾ ਹੈ ਜਿਹਦੇ ਨਾਲ ਪ੍ਰੋਮਿਸ ਕੀਤਾ ਜਾਂਦਾ ਹੈ। ਫॉर ਐਗਜ਼ਾਮਪਲ ਟ੍ਰੇਨਰ ਹੁੰਦਾ ਹੈ ਜੋ ਟ੍ਰੇਨਿੰਗ ਦਿੰਦਾ ਹੈ, ਟ੍ਰੇਨਰ। ਟ੍ਰੇਨੀ, ਟ੍ਰੇਨੀ ਹੁੰਦਾ ਹੈ ਜਿਹਦੀ ਟ੍ਰੇਨਿੰਗ ਹੁੰਦੀ ਹੈ, ਠੀਕ ਹੈ। ਪ੍ਰੋਮਿਸਰ, ਪ੍ਰੋਮਿਸੀ, ਠੀਕ ਹੈ ਮੈਮ। ਓਕੇ। ਮੈਮ ਜਿਵੇਂ ਕਿ ਆਪਾਂ ਪੜ੍ਹਦੇ ਪਏ ਹਾਂ ਆਫਰ ਆਫ ਪਰਫਾਰਮੈਂਸ ਔਰ ਟੈਂਡਰ, ਇਹਦਾ ਮਤਲਬ ਕਿ ਐਗਜ਼ੈਕਟ ਮੀਨਿੰਗ ਕੀ ਨਿਕਲੂਗਾ? ਉਦਾਂ ਤੇ ਟੈਂਡਰ ਦਾ ਮੀਨਿੰਗ ਕੋਮਲ ਹੁੰਦਾ। ਨੋ ਨੋ ਨੋ, ਇੱਥੇ ਟੈਂਡਰ ਦਾ ਮਤਲਬ ਉਹ ਹੈ, ਟੈਂਡਰ ਜਿਹੜੇ ਟੈਂਡਰ ਖੁੱਲਦੇ ਹੁੰਦੇ, ਠੇਕੇਦਾਰ ਠੇਕੇ ਨਹੀਂ ਲੈਂਦੇ ਹੁੰਦੇ ਹੈ, ਹਾਂਜੀ ਇੱਥੇ ਮੈਮ। ਉਹ ਟੈਂਡਰ ਹੈ ਉਹਦਾ ਮਤਲਬ। ਇੱਥੇ ਕੋਮਲ ਨਹੀਂ ਹੁੰਦਾ ਟੈਂਡਰ ਦਾ ਮਤਲਬ, ਟੈਂਡਰ ਦਾ ਮਤਲਬ ਕਾਮਰਸ ਵਿੱਚ ਕੁਝ ਹੋਰ ਹੈ। ਹਾਂਜੀ ਮੈਮ, ਉਹੀ ਕਨਫਿਊਜ਼ਨ ਹੁੰਦੀ ਸੀ। ਹਾਂ ਨਹੀਂ 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 ਨਹੀਂ, ਟੈਂਡਰਸ ਹੁੰਦੇ ਹੈ ਜਿਵੇਂ ਕਿ ਮੈਮ ਆਈ ਜਿਵੇਂ ਕਿ ਥਿੰਕ ਆਪਾਂ ਜਿਵੇਂ ਠੇਕੇ ਦੇ ਕੰਮ ਕਰਾਉਂਦੇ ਹਾਂ ਕਿਸੇ ਹਾਂ ਕੋਲ। ਹਾਂ 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 ਬੱਚੇ, ਪਰ ਆਈ ਥਿੰਕ ਉਹ ਟੈਂਡਰ ਦੇ ਸਪੈਲਿੰਗ ਇਹੀ ਹੁੰਦੇ ਹੈ, ਮੈਮ ਹਾਂਜੀ, ਇਹਨਾਂ ਨੇ ਇਹੀ ਲਿਖੇ ਹੋਏ ਹੈ। TENDER, दोबारा बोलो। TENDER। हाँ अच्छा, ਇਹ ਉਹੀ ਟੈਂਡਰ ਫਿਰ ਉਹੀ ਹੈ ਜਿਹੜੇ ਜਿਵੇਂ ਜਿਹੜੇ ਟੈਂਡਰ ਖੁੱਲਦੇ ਹੁੰਦੇ ਆ, ਮਤਲਬ ਜਿਵੇਂ ਕਿਸੇ ਨੇ ਕੈਂਟੀਨ ਬਣਾਣੀ ਹੈ ਸਕੂਲ ਕਾਲਜ ਦੇ ਵਿੱਚ, ਤਾਂ ਉਹ ਕੀ ਕਹਿੰਦੇ ਆ, ਉਹਦੀ ਐਡਵਰਟਾਈਜ਼ਮੈਂਟ ਦਿੰਦੇ ਆ ਕਿ ਆਪਣੇ ਆਪਣੇ ਉਹ ਭੇਜੋ, ਆਪਣੇ ਜਿਹੜੀ ਵੀ ਹੈ ਤੁਹਾਡੇ ਵੀ ਜੋ ਜੋ ਤੁਹਾਡੇ ਰੇਟਸ ਹੈ ਉਹ ਆਪਣੀ ਰੇਟ ਲਿਸਟ ਭੇਜੋ, ਉਹਦੇ ਵਿੱਚ ਜਿਹਦਾ ਸਭ ਤੋਂ ਜ਼ਿਆਦਾ ਘੱਟ ਹੋਏਗਾ ਉਹਨੂੰ ਟੈਂਡਰ ਦੇ ਦਿੱਤਾ ਜਾਂਦਾ ਹੈ ਨਾ, ਉਹ ਠੇਕਾ ਆਪਾਂ ਕਹਿ ਸਕਦੇ ਹਾਂ। ਹਾਂ ਪਲਾਨਸ ਆਪਾਂ ਕਹਿ ਸਕਦੇ ਹਾਂ। ਹਾਂ ਉਹਨਾਂ ਨੂੰ ਦਿੱਤੇ ਜਾਂਦੇ ਕਿ ਆਪਣੇ ਆਪਣੇ ਪਲਾਨ ਭੇਜ ਦਿਓ, ਕਿ ਜਿਹਦਾ ਸਭ ਤੋਂ ਘੱਟ ਰੇਟ ਹੋਏਗਾ ਉਹ ਟੈਂਡਰ ਉਹਨੂੰ ਦੇ ਦਿੱਤਾ ਜਾਂਦਾ, ਠੇਕਾ ਆਪਾਂ ਗੱਲ ਕਰ ਸਕਦੇ ਹਾਂ। ਮੈਮ ਇੱਕ ਹੋਰ ਸੀ ਮੈਮ, ਉਹਦਾ ਐਗਜ਼ੈਕਟ ਮੀਨਿੰਗ ਨਹੀਂ ਮੈਨੂੰ ਪਤਾ। OWES, ਇਹਦੇ ਨਾਲ ਪ੍ਰੋਨਾਂਸੀਏਸ਼ਨ ਮੈਮ ਦੱਸ ਦਿਓ। OWES, 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 OWES ਹਾਂਜੀ मतलब ਮੈਮ। कि उस चीज ਨੂੰ अपनाना, उस चीज ਦਾ ਓਨਰ ਹੋਣਾ। ਠੀਕ ਹੈ ਮੈਮ। ठीक है, ਹਾਂਜੀ ਮੈਮ। है ना। OWES मतलब I owe him, मतलब ਉਸ ਕਿਸੇ ਦਾ, ਜਿਵੇਂ ਅਸੀਂ ਕਹਿੰਦੇ ਹਾਂ ਕਿਸੇ ਦਾ ਹੋਣਾ, ਕਿਸੇ ਦਾ ਦੇਣਦਾਰ ਹੋਣਾ। ਜਿਵੇਂ I owe my life to him, ਮੈਂ ਉਹਦੀ ਲਾਈਫ, ਯਾਨੀ ਕਿ ਉਹਦੀ ਜਿਹੜੀ ਮੇਰੀ ਲਾਈਫ ਹੈ ਉਹ ਉਹਦੀ ਹੈ। I owe my life to him, that means ਮੇਰੀ ਜ਼ਿੰਦਗੀ ਉਹਦੀ ਦੇਣਦਾਰ ਹੈ, ਮਤਲਬ ਕਿਸੇ ਦਾ ਹੋਣਾ, ਕਿਸੇ ਦਾ ਦੇਣਦਾਰ ਹੋਣਾ, ਏਦਾਂ ਆਪਾਂ ਯੂਜ਼ ਕਰਦੇ ਹੈ ਨਾ। ਠੀਕ ਹੈ ਮੈਮ। ਹਾਂ ਥੈਂਕ ਯੂ ਮੈਮ। Good afternoon. ਹਾਂਜੀ, good afternoon. My question is, how do we pronounce Patija in English? How do we pronounce Patija. ਭਤੀਜਾ in English? ਬੱਚੇ ਇੱਥੇ ਤੁਸੀਂ ਕੁਐਸਚਨ ਗਲਤ ਕੀਤਾ ਹੈ, ਤੁਸੀਂ ਇੱਥੇ ਕਹੋਗੇ what do we say ਭਤੀਜਾ in English? Okay, ma'am. ਤੁਸੀਂ ਮੈਨੂੰ ਕਿਹਾ how do we pronounce ਭਤੀਜਾ in English? ਭਤੀਜਾ is pronounced as ਭਤੀਜਾ। Okay, ma'am. ਤੁਸੀਂ ਕਹੋਗੇ what do we say Okay. ਭਤੀਜਾ in English, है ना। So it's nephew, NEPHEW, nephew। हाँ रवनीत कौर ने लिखा है, ठीक। Ma'am, इसमें नहीं बोलते। हाँ जी, Nephew. no it's nephew। Okay, ma'am. And ma'am, मंगेतर ने English च की कहेंगे? तीनों बच्चे Sir. मंगेतर। Ma'am, मंगेतर।
It's fiance. F-I-A-N-C-E. Fiance. F-I-A-N-C-E. ਇਹਦੇ ਉੱਤੇ ਹੁੰਦਾ ਹੈ, French word ਹੈ fiance. fiancé मैम। Yeah, fiance. ओके मैम इस ਦੇ ਵੀ ਤੁਸੀਂ ਦੱਸੇ ਸੀ, ਤੁਸੀਂ ਕਿਹਾ ਸੀ ਇੱਕ ਦੇ ਪਿੱਛੇ ਡਬਲ ਈ ਲੱਗੇਗਾ। ਹਾਂ, ਉਹ ਜਿਹੜੀ ਲੜਕੀ ਹੈ ਉਹਦੇ ਲਈ ਡਬਲ ਹੀ ਲੱਗੇਗਾ, fiance. ओके मैम। मैम दोनों ਦੀ ਪ੍ਰੋਨੰਸੀਏਸ਼ਨ ਡਿਫਰੈਂਟ ਹੈ ਜਾਂ ਅਲੱਗ ਹੈ? ਹਾਂ ਡਿਫਰੈਂਟ ਹੈ ਬੱਚੇ, ਥੋੜੀ ਜਿਹੀ ਜੇ ਡਬਲ ਈ ਹੈ ਤਾਂ ਫਿਰ ਉਹਦੀ ਉਹ ਹੋਏਗੀ ਨਾ, ਹਾਂ ਡਿਫਰੈਂਟ ਹੋਏਗੀ ਨਾ, ਹੈ ਨਾ। ओके मैम, थैंक यू मैम। ओके जी। हाँ जी सहलीन कौर कह रही है डाउट्स का सेशन नहीं बच्चे, एक्चुअली आई वाज वेटिंग फॉर द स्टूडेंट्स टू जॉइन, so that is why I took doubts. चलो we are going to start. आज अपना लास्ट लेक्चर है लेटर्स ਦੇ ਉੱਪਰ, ਉਸ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਹੈ ਕਿ ਹੋਰ ਅੱਗੇ ਕਰਨਾ ਹੈ then we'll do, नहीं तो फिर we'll change the topic, we'll do different topic. Letter to friend describing your experience at a hill town or city. Hill town हो गया पहाड़ी शहर, hill town या hill city है ना, hill station भी ਆਪਾਂ कह देंगे हैं. So letter to a friend describing your experience at a hill town or city. ठीक है. So ਇਹਦੇ ਵਿੱਚ we have imagined कि ਆਪਾਂ ਇੱਕ ਹੋਟਲ ਦੇ ਵਿੱਚ ਆ ਤੇ ਹੋਟਲ ਤੋਂ ਆਪਾਂ ਕੀ ਕਰ ਰਹੇ ਹਾਂ, ਆਪਣੇ ਫਰੈਂਡ ਨੂੰ ਲੈਟਰ ਲਿਖ ਰਹੇ ਹਾਂ, ठीक है, about describing your experience. ਤੁਹਾਡਾ ਉੱਥੇ ਕੀ ਐਕਸਪੀਰੀਅੰਸ ਰਿਹਾ ਉਸ ਹਿਲ ਟਾਊਨ ਦੇ ਵਿੱਚ ਉਹ. ਸੋ ਹੋਟਲ ਲੇ ਕਲਾਸਿਕ, ਦ ਮਾਲ, ਇਹ ਸਾਰਿਆਂ ਨੂੰ ਪਤਾ ਹੋਏਗਾ, ਮਾਲ ਰੋਡ ਹੈ ਸ਼ਿਮਲਾ ਦੇ ਵਿੱਚ, ਸ਼ਿਮਲਾ 2 ਜਨਵਰੀ 2019. ਓਕੇ, ਸੋ ਹੋਟਲ ਲੇ ਕਲਾਸਿਕ, ਹੋਟਲ ਕੋਈ ਵੀ ਹੈ ਜਿੱਥੇ ਤੁਸੀਂ ਰਹਿ ਰਹੇ ਹੋ, ਹੈ ਨਾ। ਆਪਾਂ ਕੀ ਦੱਸਿਆ ਸੀ ਇੱਥੇ, ਰਾਈਟਰ ਜਿੱਥੋਂ ਲਿਖ ਰਿਹਾ ਹੈ, the place from which he is writing, he or she is writing, that is o ਆਪਾਂ ਇੱਥੇ mention ਕਰਾਂਗੇ, ठीक है। Dear Param, are you surprised to know that I am writing to you from Shimla? Are you surprised to know that I am writing to you from Shimla? ਤੈਨੂੰ ਹੈਰਾਨੀ ਹੋ ਰਹੀ ਹੈ ਕਿ ਮੈਂ ਤੈਨੂੰ ਸ਼ਿਮਲਾ ਤੋਂ ਲਿਖ ਰਹੀ ਹਾਂ ਜਾਂ ਲਿਖ ਰਿਹਾ ਹਾਂ? Well, my cousin has come from America and he wanted to celebrate New Year Eve in the mountains. Well means khair, ਆਪਾਂ ਕਹਿੰਦੇ ਹਾਂ khair, ਮੇਰਾ cousin ਆਇਆ ਹੋਇਆ ਅਮਰੀਕਾ ਤੋਂ। ਬੱਚੇ this is America, A-M-E-R-I-C-A, sorry, America, A-F-R-I-C-A, Africa, ठीक है, अमेरिका, अफ्रीका, कैनेडा, ऑस्ट्रेलिया। ਇਹਦੇ ਵਿੱਚ ਬੱਚੇ ਕਈ ਵਾਰ ਬੋਲਦੇ ਹੋਏ ਉਹ ਹੋ ਜਾਂਦੇ ਆ, ਕੰਫਿਊਜ਼ ਹੋ ਜਾਂਦੇ ਆ। ਇਟਸ ਅਮਰੀਕਾ, ਇੰਗਲੈਂਡ, E-N-G-L-A-N-D, ਇੰਗਲੈਂਡ, ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਅਫਰੀਕਾ, ਠੀਕ ਹੈ। So well, my cousin has come from America and he wanted to celebrate New Year Eve in the mountains. So eve ਦਾ ਮਤਲਬ ਹੋ ਗਿਆ, ਮਤਲਬ ਉਹ ਵਾਲਾ ਨਵੇਂ ਸਾਲ ਦਾ ਮੌਕਾ, ਹੈ ਨਾ। ਸੋ ਈਵ ਨੂੰ ਅਸੀਂ ਈਵ ਆਪਾਂ ਕਿਸ ਲਈ ਉਹ ਯੂਜ਼ ਕਰਦੇ ਹਾਂ, ਜਿਵੇਂ ਅਸੀਂ ਕਹਿੰਦੇ ਹਾਂ ਨਿਊ ਈਅਰ ਈਵ ਸੈਲੀਬ੍ਰੇਟ ਕੀਤੀ, ਹੈ ਨਾ। ਸੋ ਈਵ ਐਕਚੁਅਲੀ ਹੁੰਦਾ ਹੈ ਇੱਕ ਰਾਤ ਪਹਿਲੇ ਵਾਲਾ, ਜਿਹੜਾ ਆਪਾਂ ਕਹਿੰਦੇ ਹਾਂ ਨਾ ਨਿਊ ਈਅਰ ਈਵ, a day or night before that special day, ਉਹਨੂੰ ਅਸੀਂ ਈਵ ਕਹਿੰਦੇ। ਜਿਵੇਂ ਅਸੀਂ ਮੰਨ ਲਓ 24th ਹੈ ਜਿਹੜਾ, ਸੌਰੀ 25th ਨੂੰ ਕ੍ਰਿਸਮਸ ਹੋਵੇ ਮੰਨ ਲਓ, ਸੋ ਕ੍ਰਿਸਮਸ ਈਵ ਕਿਹੜੀ ਹੋਏਗੀ, 24 ਦੀ ਸ਼ਾਮ, ਸਮਝ ਗਏ। ਸੋ ਈਵ ਉਹ ਹੋ ਜਾਂਦਾ ਹੈ ਕ੍ਰਿਸਮਸ ਈਵ। ਹੁਣ ਜਿਵੇਂ ਅਸੀਂ ਕਿਹਾ ਇੰਡੀਪੈਂਡੈਂਸ ਡੇ ਹੈ, ਇੰਡੀਪੈਂਡੈਂਸ ਡੇ 15th ਅਗਸਤ ਨੂੰ ਹੈ, ਸੋ 14th ਅਗਸਤ ਸ਼ਾਮ ਨੂੰ ਅਸੀਂ ਕੀ ਕਵਾਂਗੇ ਕਿ ਅਸੀਂ ਇੰਡੀਪੈਂਡੈਂਸ ਡੇ ਈਵ ਤੇ ਬਾਹਰ ਗਏ ਸੀ, है ना। सो दैट इज ईव। सो मेरे फ्रेंड का मन सी कि वो अपनी न्यू ईयर ईव जेड़ा है वो पहाड़ा विच बिताए, यानी कि अगर 1 जनवरी है तो 31 दिसंबर शाम ਨੂੰ वो न्यू ईयर ईव ਹੁੰਦੀ है, यानी कि वो रात, वो वाली इवनिंग और नाइट, है ना। सो न्यू ईयर ईव in the mountains, so we decided to come to Shimla. So ਅਸੀਂ ਕੀ डिसाइड ਕੀਤਾ कि ਅਸੀਂ शिमला चलना है, ठीक है। When we reach here on the New Year Eve,
the sky was already overcast with clouds. ਜਦੋਂ ਅਸੀਂ ਨਿਊ ਈਅਰ ਈਵ ਤੇ ਇੱਥੇ ਪਹੁੰਚੇ, ਨਿਊ ਈਅਰ ਈਵ ਕੀ ਹੋਏਗੀ ਫਿਰ 31 ਦਸੰਬਰ ਸ਼ਾਮ ਦਾ ਟਾਈਮ, ਜਦੋਂ ਅਸੀਂ ਉੱਥੇ ਪਹੁੰਚੇ ਜਿਹੜਾ ਸਕਾਈ ਸੀ ਆਲਰੇਡੀ ਕਲਾਉਡਸ ਨਾਲ ਓਵਰਕਾਸਟ, ਇਹਦਾ ਮਤਲਬ ਹੈ ਸਕਾਈ ਤੇ ਬੱਦਲ ਛਾਏ ਹੋਏ ਸੀ। ਸੋ ਬੱਦਲ ਛਾਣਾ ਦਾ ਮਤਲਬ ਹੁੰਦਾ ਹੈ the sky was overcast with clouds, ਅਸਮਾਨ ਤੇ ਬੱਦਲ ਛਾਏ ਹੋਏ ਸੀ। already means ਪਹਿਲਾਂ ਹੀ। okay, both the tourists and locals had gathered on the mall in great numbers expecting snowfalls. जिन्हें tourist सीगे, जिन्हें tourist ਆਪਾਂ ਕਹਿੰਦੇ ਆ ਉਹ और locals कौन हो गए, ਜਿਹੜੇ शिमला ਦੇ ਵਸਨੀਕ ਹੈ। ठीक है, both the tourists and locals had gathered. So gathered means ਇਕੱਠੇ ਹੋਏ ਹੋਏ ਸੀਗੇ। ठीक है, ਈਵ ਸ਼ਾਮ ਵੀ ਈਵ। ਓਕੇ ਬੱਚੇ, ਈਵ ਦਾ ਮਤਲਬ ਈਵਨਿੰਗ। ਇੱਕ ਜਿਹੜੀ ਦੇਖੋ ਜਿਹੜਾ ਕੋਈ ਸਪੈਸ਼ਲ ਡੇ ਹੁੰਦਾ ਹੈ ਉਸ ਤੋਂ ਸ਼ਾਮ, ਉਸ ਤੋਂ ਇੱਕ ਦਿਨ ਪਹਿਲੇ ਵਾਲੀ ਜਿਹੜੀ ਸ਼ਾਮ ਹੈ ਨਾ ਉਹਨੂੰ ਅਸੀਂ ਈਵ ਕਹਿੰਦੇ ਆ, ਸ਼ਾਮ ਜਾਂ ਰਾਤ। ਅਸੀਂ ਜਿਵੇਂ ਮੰਨ ਲਓ ਅਸੀਂ ਕਹਿੰਦੇ ਆ 25th of December ਕ੍ਰਿਸਮਸ ਹੁੰਦਾ ਹੈ ਤੇ ਮੰਨ ਲਓ ਅਸੀਂ 24 ਰਾਤ ਨੂੰ ਘੁੰਮਣ ਗਏ 24 ਦਸੰਬਰ ਨੂੰ, ਤਾਂ ਅਸੀਂ ਕੀ ਕਵਾਂਗੇ, ਅਸੀਂ ਕ੍ਰਿਸਮਸ ਈਵ ਤੇ ਸੈਲੀਬ੍ਰੇਟ ਕਰਨਗੇ। ਅਗਰ ਦੇਖੋ 1 ਜਨ ਨੂੰ ਨਿਊ ਈਅਰ ਹੁੰਦਾ ਤਾਂ ਅਸੀਂ 31 ਦਸੰਬਰ ਸ਼ਾਮ ਨੂੰ ਘੁੰਮਣ ਗਏ ਤਾਂ ਅਸੀਂ ਕੀ ਕਵਾਂਗੇ, ਅਸੀਂ ਨਿਊ ਈਅਰ ਈਵ ਤੇ ਬਾਹਰ ਸੀਗੇ। ਠੀਕ ਹੈ, ਈਵ। okay, so where were we? okay, the sky was already overcast with clouds and ha tourists or locals ਕੀ ਹੁੰਦੇ, ਜਿਹੜੇ ਉੱਥੇ ਹੀ ਰਹਿਣ ਵਾਲੇ, ਸ਼ਿਮਲਾ ਦੇ ਹੀ ਰਹਿਣ ਵਾਲੇ ਹੈ। they had gathered on the mall in great numbers, ਬਹੁਤ great numbers ਮਤਲਬ ਬਹੁਤ ਸਾਰੀ ਸੰਖਿਆ ਦੇ ਵਿੱਚ ਉੱਥੇ ਇਕੱਠੇ ਹੋਏ ਸੀਗੇ expecting snowfall, ਉਹ ਸਾਰੇ expect ਕਰ ਰਹੇ ਸੀ। expect ਆਪਾਂ word ਕੀਤਾ ਹੈ, accept and expect means ਆਸ ਕਰ ਰਹੇ ਸੀਗੇ। ठीक है, expecting snowfall कि snowfall होएगी। snowfall ਦਾ ਮਤਲਬ ਹੁੰਦਾ ਹੈ ਬਰਫ਼ਬਾਰੀ। ठीक है, वैसे भी उत्ते दिसंबर च बहुत ज्यादा ठंड हो जाती है ना, टेम्परेचर बहुत नीचे चला जाता है तो snowfall होती है मोस्टली। so they were expecting, like मैं क्या, I was expecting rain, मैंने उम्मीद सी कि बारिश आएगी, है ना। I was expecting him, मैंने उम्मीद सी वो आएगा। ठीक है, so expect होता है उम्मीद करना। so tourist और locals, both of them, दोनों ही ਉਹ ਉੱਥੇ ਆ ਗਏ ਸੀਗੇ, ਇਕੱਠੇ ਹੋ ਗਏ ਸੀ ਕਿੱਥੇ, ਮਾਲ। I'll show you picture of mall also, the mall ਉੱਥੇ ਤੇ ਮਾਲ ਰੋਡ ਹੈ ਤੇ ਉਹਨੂੰ ਕਹਿੰਦੇ ਆ। ਠੀਕ ਹੈ, expecting snowfall, soon it started snowing, ਛੇਤੀ ਬਰਫ਼ਬਾਰੀ ਸ਼ੁਰੂ ਹੋ ਗਈ। oh my god, what a fun it was, ਕਿੰਨਾ ਮਜ਼ੇਦਾਰ ਸੀ ਇਹ, ਹੈ ਨਾ, ਕਿੰਨਾ ਵਧੀਆ ਸੀ। oh my god, by 10 o'clock at night it was all white, ਰਾਤੀ 10 ਵਜੇ ਤੱਕ ਸਭ ਕੁਝ ਵਾਈਟ ਹੋ ਗਿਆ ਸੀਗਾ ਬਰਫ਼ ਨਾਲ, ਮਤਲਬ ਇੰਨੀ ਬਰਫ਼ ਪਈ ਤੇ ਸਾਰਾ ਕੁਝ ਵਾਈਟ ਹੋ ਗਿਆ। ਠੀਕ ਹੈ, ਸੋ ਬਿਫੋਰ ਵੀ ਗੋ ਟੂ ਨੈਕਸਟ ਸਲਾਈਡ, ਇਫ ਯੂ ਹੈਵ ਐਨੀ ਕੁਐਸਚਨਸ ਯੂ ਕੈਨ ਆਸਕ ਮੀ। ਹਾਂਜੀ ਬੋਲੋ ਬੇਟੇ। ਹਾਂਜੀ ਹਾਂਜੀ ਮੈਮ, what is the meaning of overcast? ਬੱਚੇ ਓਵਰਕਾਸਟ ਹੁੰਦਾ ਮਤਲਬ ਮਜ਼ਾਕੀਆ ਹੈ ਨਾ, ਹਾਸੇ ਮਜ਼ਾਕ ਵਾਲੀ, ਉਹ ਫੋਟੋਗ੍ਰਾਫਸ ਵੀ ਲਈਆਂ। ਓਕੇ, next day we went skiing, ਬੱਚੇ ਕੀ ਹੈ, skiing ਹੁਣ skiing ਕੀ ਇੱਕ ਸਪੋਰਟ ਹੈ ਜਿਹਦੇ ਵਿੱਚ ਉਹ ਸਕਿੰਗ ਬੋਰਡ ਹੁੰਦੇ ਆ ਤੇ ਬੋਰਡ ਦੇ ਉੱਤੇ ਬਰਫ਼ ਦੇ ਵਿੱਚ ਚੱਲਣ ਲਈ ਸਕਿੰਗ ਬੋਰਡ ਹੁੰਦੇ ਹੈ ਨਾ, ਉਹ ਵੀ I am going to show you। so we went skiing at Kufri, Kufri, Kufri ਵੀ it's a name of a place ਜਿਹੜਾ ਸ਼ਿਮਲਾ ਤੋਂ ਅੱਗੇ ਹੈ। ਠੀਕ ਹੈ, ਅਸੀਂ ਉੱਥੇ ਸਕੀਇੰਗ ਕਰਨ ਗਏ, ਉੱਥੇ ਵੀ ਬਰਫ਼ ਬਹੁਤ ਪੈਂਦੀ ਹੈ ਕੁਫਰੀ ਦੇ ਵਿੱਚ, ਅਸੀਂ ਉੱਥੇ ਸਕੀਇੰਗ ਕਰਨ ਗਏ। I kept falling every time I tried to ski, ਮੈਂ ਜਿੰਨੀ ਵਾਰ ਸਕੀ ਕਰਨ ਦੀ ਟਰਾਈ ਕੀਤੀ, I kept falling, kept ਮਤਲਬ ਮੈਂ ਡਿੱਗਦੀ ਰਹੀ ਜਾਂ ਡਿੱਗਦਾ ਰਿਹਾ। ਅੱਗੇ ਵੀ ਮੈਂ ਤੁਹਾਨੂੰ ਦੱਸਿਆ ਸੀ, kept falling, I kept waiting, I kept crying, I kept crying, मैं रोंदी रही। I kept laughing, मैं हंसदी रही। I kept waiting,
मैं वेट करती रही। आई केप्ट फॉलिंग, मैं डिगदी रही। ठीक है, सो ਆਪਾਂ ਕਹਿੰਦੇ ना आई कीप ऑन, प्लीज कीप ऑन ट्राइंग, ट्राई करते रहो। ठीक है, सो आई केप्ट फॉलिंग मतलब मैं डिगदी रही। एवरी टाइम आई ट्राई टू स्की, जिन्नी बार मैं स्की करने की कोशिश की। ठीक है, सो माई कजन इज एन एक्सपर्ट स्कीयर। हुण इत्थे वर्ड बार बार स्की यूज किया है ताकि तुहानू स्की पता याद रह जाए। ठीक है, माई कजन इज एन एक्सपर्ट स्कीयर। मेरा जिहड़ा कजन है बड़ा एक्सपर्ट स्कीयर है। स्कीयर कौन है? जो स्कीइंग करता है ना। जिवें स्विमिंग करते हैं ਅਸੀਂ ਉਹਨਾਂ ਨੂੰ ਸਵਿਮਰ ਕਹਿੰਦੇ ਆ, ਹੈ ਨਾ। ਰਨਿੰਗ ਕਰਦੇ ਆ ਅਸੀਂ ਉਹਨਾਂ ਨੂੰ ਰਨਰ ਕਹਿੰਦੇ ਆ। ਤੇ ਜੋ ਸਕੀਇੰਗ ਕਰਦੇ ਆ ਉਹਨਾਂ ਨੂੰ ਅਸੀਂ ਸਕੀਅਰ ਕਹਿੰਦੇ ਆ। ਓਕੇ, ਸੋ ਵੀ ਆਲਸੋ ਵਿਜ਼ਿਟਡ ਦ famous the Chinese bungalow and the potato research center। ਅਸੀਂ ਉੱਥੇ ਦਾ ਕੁਫਰੀ ਦਾ ਕੋਈ ਫੇਮਸ ਹੋਏਗਾ ਚਾਈਨੀਜ਼ ਬੰਗਲੋ, ਅਸੀਂ ਉਹ ਵੀ ਵਿਜ਼ਿਟ ਕੀਤਾ। ਠੀਕ ਹੈ, और उत्थे पोटैटो रिसर्च सेंटर भी है। ठीक है, जिथे पोटैटोज दे उत्ते वो कीता जांदा है, रिसर्च कीती जांदी है, अनुसंधान कीता जांदा है। ठीक है, असी वो भी विजिट कीता। दिस वाज अनडाउटेडली मतलब बिना डाउट तो, बिना शक तो, द मोस्ट फन फिल्ड ट्रिप टू शिमला आई हैव एवर हैड। आई हैव एवर हैड दा मतलब हुंदा है भी हुण तक मैं जितने भी गया आई हैव एवर हैड, है ना। जिवें मैं क्या जिस तरह मैं क्या कि हुण तक जिन्ने भी मेरे टीचर्स सीगे उन्हां विचों मैनूं सब तो वधिया ए लगदे है ना। लाइक पुष्पा मैम वाज द बेस्ट टीचर आई हैव एवर हैड। सो आई हैव एवर हैड मतलब जिन्नी बार भी मैं ये ट्रिप लगाया उहदे विच सब तो ज्यादा अनडाउटेडली बिना शक तो ये सब तो ज्यादा फन फिल्ड ट्रिप सी। फन फिल्ड मतलब बड़ा मस्ती भरिया सीगा, फन भरिया सी। फन है ना, मस्ती मजाक वो सीगा, वधिया सीगा। ठीक है, डू राइट टू मी हाउ यू सेलिब्रेटेड द न्यू ईयर। मैनू लिख के भेजना तुसी न्यू ईयर किदां सेलिब्रेट कीता। विशिंग यू अ वेरी हैप्पी एंड प्रॉस्परस न्यू ईयर। तैनू आने वाले नवे साल दी बहुत शुभकामनावां, है ना भी नवा साल तेरे लिए बड़ा हैप्पी एंड प्रॉस्परस होवे। प्रॉस्परस खुशहाली भरिया ਆਪਾਂ वर्ड ਕੀਤਾ ਸੀ ना, प्रॉस्पेरिटी। प्रॉस्परस मीन्स खुशहाली भरिया होवे। विशिंग यू मतलब वो ਅਸੀਂ विश कर रहे हैं। लव ਹੁਣ ਕੀ ਹੈ, ਜਦੋਂ ਤੁਸੀਂ ਆਪਣੀ ਫਰੈਂਡਸ ਨੂੰ ਲੈਟਰ ਲਿਖਦੇ ਹੋ ਤਾਂ ਉੱਥੇ ਅਸੀਂ ਇਹ ਨਹੀਂ ਲਿਖਾਂਗੇ yours sincerely, yours obediently, है ना, ਤੇ yours affectionately ਲਿਖ ਸਕਦੇ ਹੋ। बट आप फ्रेंड्स ਨੂੰ ਆਪਾਂ ਕੀ ਕਹਿੰਦੇ ਆ, प्यार सहित, तेरी सहेली, है ना, लव सहज। ओके, सो यू कैन राइट दिस वर्ड आल्सो, है ना भी प्यार सहित। तो ਆਪਾਂ ਕਈ ਵਾਰ ਇਹ ਵੀ ਲਿਖ ਦਿੰਦੇ ਆ लॉट्स ऑफ लव। ਆਪਾਂ ਕਈ ਵਾਰ ਛੋਟੇ ਬੱਚਿਆਂ ਨੂੰ, है ना, अपने तो ਜਿਵੇਂ ਮਦਰ ਹੈ ਬੱਚੇ ਨੂੰ ਲਿਖ ਰਹੀ ਹੈ ਤਾਂ ਆਪਾਂ ਲਿਖ ਦਿੰਦੇ ਆ लॉट्स ऑफ लव ममा, है ना। ਆਪਾਂ ਇਦਾਂ ਲਿਖ ਦਿੰਦੇ ਹੁੰਦੇ ਆ ਤੇ लव एंड सहज। So this is how we are ending our letter. Any questions to ask? हाँ जी, prosperous बच्चे, prosperous means खुशहाल, खुशहाली भरिया, prosperous। मैम हाँ जी, हाँ जी। मैम व्हाट इज द मीनिंग ऑफ आई हैव एवर हैड? I have ever had मतलब मैं जो अज तक जिवें जिन्ना को अज तक मेरे नाल ਆਪਾਂ I have ever had ਦਾ मतलब जिवें मैं क्या, this is the most delicious dish I have ever had। मैं अज तक जिन्नियां भी डिशेस खादियां उन्हां विचों सब तो वधिया है। ओके मैम, ठीक है, सो ਇੱਥੇ ਕੀ ਹੈ, it was the most fun filled trip to Shimla I have। ਵੀ ਜਿੰਨੇ ਵੀ ਮੈਂ ਟ੍ਰਿਪ ਲਗਾਏ ਨਾ ਉਹਦੇ ਵਿੱਚ ਇਹ ਸਭ ਤੋਂ ਵਧੀਆ ਸੀ। I have ever had ਦਾ मतलब ਹੁੰਦਾ ਹੈ ਵੀ ਜਿੰਨਾ ਵੀ ਮੈਂ ਇਹ ਪਿੱਛੇ ਕੀਤਾ ਉਸ ਦੇ ਵਿੱਚ ਸਭ ਤੋਂ ਵਧੀਆ। ओके मैम, ਜਿਵੇਂ ਮੈਂ ਕਿਹਾ ਨਾ ਕਿ this is the most delicious dish I have ever had। ਅੱਜ ਤੱਕ ਮੈਂ ਜਿੰਨੀਆਂ ਡਿਸ਼ਸ ਖਾਧੀਆਂ ਨੇ ਉਹਦੇ ਵਿੱਚ ਸਭ ਤੋਂ ਟੇਸਟੀ ਹੈ this is the most delicious cake I have ever had। ਸਭ ਤੋਂ ਵਧੀਆ ਕੇਕ ਹੈ ਅੱਜ ਤੱਕ ਮੈਂ ਜਿੰਨੇ ਕੇਕਸ ਖਾਦੇ ਆ ਨਾ ਉਹਨਾਂ ਵਿੱਚ ਸਭ ਤੋਂ ਵਧੀਆ। ओके मैम। मैम एंड ह्यूज HUG, huge, ह्यूज, HUG ही पूछ रहे हो, huge। यस यस मैम। बट बच्चे ਨੂੰ ਜੱਜੇ ਨਾਲ ਬੋਲਣਾ ਹੈ, ਜੱਜੇ ਨਾਲ। huge means विशाल, विशाल, विशाल बहुत बड़ा, huge। huge, It was a huge, huge building, huge, huge,
ਓਕੇ ਮੈਮ, ਥੈਂਕ ਯੂ ਮੈਮ। ਓਕੇ ਜੀ। ਗੁਰਪਿੰਦਰ ਕੌਰ ਸੈਕੰਡ ਪੈਰਾਗ੍ਰਾਫ ਦੀ ਸੈਕੰਡ ਲਾਈਨ ਹਾਂਜੀ ਕਰ ਦਿੰਦੀ ਹਾਂ ਬੇਟੇ। ਮੈਮ what is the meaning of SKIING? ਅੱਛਾ ਦੁਬਾਰਾ ਬੋਲੋ। SKIING। ਓਕੇ SK ਮੈਨੂੰ ਲੱਗਿਆ F ਕਹਿ ਰਹੇ ਹੋ। ਸਕੀਇੰਗ, ਹਾਂ ਉਹ ਮੈਂ ਫੋਟੋਗ੍ਰਾਫਸ ਤੁਹਾਨੂੰ ਦਿਖਾਣੀ ਆ। ਸਕੀਇੰਗ ਇੱਕ ਸਪੋਰਟ ਹੈ, ਮੈਂ ਤੁਹਾਨੂੰ ਹੁਣੇ ਦਿਖਾਣੀ ਆ ਨੈਕਸਟ ਫੋਟੋ। ਮੈਮ ਉਹਦੇ ਨਾਲ ਲਿਖਿਆ ਐਟ ਕੁਫਰੀ, ਕੀ ਮੀਨਿੰਗ? ਕੁਫਰੀ ਜਗ੍ਹਾ ਦਾ ਨਾਮ ਹੈ ਬੱਚੇ। ਓਕੇ ਮੈਮ। ਜਿਵੇਂ ਸ਼ਿਮਲਾ ਹੈ, ਕੁਫਰੀ ਹੈ, ਆਪਾਂ ਕਹਿੰਦੇ ਨਹੀਂ ਮਕਲੋਡਗੰਜ ਹੈ, ਇਹ ਸਾਰੀ ਇਟਸ ਅ ਨੇਮ ਆਫ ਅ ਪਲੇਸ ਕੁਫਰੀ। ਮੈਮ ਸਕੀ ਦਾ ਕੀ ਮੀਨਿੰਗ ਆ? ਹਾਂ ਸਕੀ ਦਾ ਮੈਂ ਉਹੀ ਦਿਖਾਉਣ ਜਾ ਰਹੀ ਹਾਂ। ਸਕੀਇੰਗ ਕੀ ਹੁੰਦੀ ਹੈ, ਸਕੀ ਕੀ ਹੁੰਦਾ ਹੈ, ਸਕੀ ਕੀ ਹੈ, ਸਕੀਇੰਗ ਕਰਨਾ। I tried to ski, ਜਦੋਂ ਵੀ ਮੈਂ ਸਕੀ ਕਰਨ ਦੀ ਕੋਸ਼ਿਸ਼ ਕਰਦੀ ਸੀ ਮੈਂ ਡਿੱਗ ਜਾਂਦੀ ਸੀ। So I'm going to show you what is skiing. Ma'am, what is, how do we pronounce UNDOUBTEDLY? Undoubtedly. Undoubtedly. ठीक है। हाँ ये देखो बच्चे, ये देखो ऊपर वाली दो फोटोग्राफ्स हैं, स्कीइंग हो रही है। दिस इज स्कीइंग, ये तुसी जरूर देखी होगी। ठीक है, ये जेड़ा कर रहे हो कौन है? स्कीयर। और एक केड़ी स्पोर्ट है? स्कीइंग। ये स्कीइंग कर रहे हैं। ठीक है, एंड दिस इज स्नोमैन, बर्फ का बनया होया है। ये स्नोमैन है, इन्हू असीं स्नोमैन कहते हैं, बर्फ का बनया होया। और ये जेड़ी पिक्चर है, फोर्थ पिक्चर है, ये शिमला दे मॉल रोड दी है, जो ਆਪਾਂ ਕਿਹਾ ਸੀ ਨਾ द मॉल। सो ये शिमला दा जो मॉल रोड है ना, ये ओदी पिक्चर। ये दोनों स्कीयर ने, ये स्कीइंग बोर्ड है, ये जेड़ा नीचे है स्कीइंग बोर्ड है। ठीक है, ये भी स्कीयर है, ये भी स्कीयर है। और ये केड़ा स्पोर्ट है, केड़ी इवेंट है? स्कीइंग। की कर रहे हैं? स्कीइंग कर रहे हैं, स्कीइंग। एंड दिस इज स्नोमैन एंड दिस इज मॉल रोड एट शिमला। ठीक है, हाँ जी हुण दसो किसी दा कोई क्वेश्चन? एक मैं उन्हां दा पैराग्राफ, ए पिक्चर जे सारियां ने इहदा स्क्रीनशॉट लेना है लेके, ते फिर आई शुड मूव टू नेक्स्ट स्लाइड। ओके, हाँ ये ना कह रहे हैं कार्टून्स विच देखी है स्कीइंग। हाँ देखी होएगी, एक ऑसवर्ल्ड कार्टून आंदा हुंदा सी, ओदे विच देखिया होएगा तुसी। ओके यस मैम, आई वेंट टू द मॉल रोड, वेरी गुड, ड्यूरिंग माय कैंप्स। ओके ग्रेट। ओके जी, सो इन्होंने कहा सी मैनू सैकेंड पैराग्राफ की सैकेंड लाइन कर दो। नेक्स्ट डे वी वेंट स्कीइंग एट कुफरी। अगले दिन असी स्कीइंग करन लई कुफरी गए। I kept falling every time I tried to ski. जिन्नी बार भी मैं स्की करन दी कोशिश की, मैं डिगदी रही या डिगदा रहा। My cousin is an expert skier. मेरा जिहड़ा cousin है, क्योंकि असीं उहनूं दस्सिया है ना पहले लेटर दे शुरू विच कि मेरा cousin आया सी या आई सी मेरी दिल्ली तो जिथों भी, ते मैं उहदे नाल अमेरिका तो सॉरी, तो मेरे cousin ने अमेरिका तो विजिट कीता सीगा, ते असीं उहदे नाल शिमला चले गए। सो नाल नाल अपने cousin बारे भी दस्सिया जा रहा है। My cousin is an, आपां क्योंकि शुरू विच यही सोचिया ना कि तुसी ये इमेजिन करो दैट the addressee is sitting beside you, है ना, आपां कीता सी ना addressee। अच्छा आज मैनू प्रोमिसर और प्रोमिसी क्वेश्चन पूछा सी जिस बच्चे ने, एड्रेसर एंड एड्रेसी। एड्रेसर हो जो संबोधन करता है, एड्रेसी हो जिसनू संबोधित किया जाता है। इन द सेम वे प्रोमिसर ओ है जो प्रॉमिस करता है, और प्रोमिसी ओ है जिन्हों प्रॉमिस किया जाता है। ठीक है, वी ऑल्सो विजिटेड द चाइनीज बंगलो। असी चाइनीज बंगलो भी विजिट किया, एंड द पोटैटो रिसर्च सेंटर, और उथों दा आलूआं दा रिसर्च सेंटर जिथे आलूआं ते शोध की जाती है, वो भी विजिट किया, रिसर्च सेंटर। ओके हाँ जी, होर किसी का कोई सवाल? ओके, नो क्वेश्चंस टू आस्क, क्लियर हो गया। लेटर्स दे ऊपर किसी का कोई क्वेश्चन है ता? हाँ जी यस मैम, ਇਹਦਾ ਕਲੀਅਰ ਤੇ ਹੋ ਗਿਆ, ਲੇਕਿਨ ਦਰਅਸਲ ਅਸੀਂ ਨਾ ਇਹ ਸ਼ਾਇਦ ਲੈਟਰਸ ਦੀ ਪਹਿਲੀ ਕਲਾਸ ਲਗਾਈ ਹੋਏਗੀ। ਅਸੀਂ ਪਹਿਲਾਂ ਕਿਉਂਕਿ ਕਿਤੇ ਮਤਲਬ ਕਿ 2-3 ਦਿਨ ਲਈ ਗਏ, ਮਤਲਬ ਕਿ ਗਏ ਅਸੀਂ ਰੋਜ਼ ਜਾਣਾ ਪੈਂਦਾ ਸੀ ਤੇ ਦੀ ਲਗਾਉਂਦੇ ਸੀ ਸਾਡੇ ਪਿੱਛੋਂ, ਤੇ ਉਹਨਾਂ ਨੇ ਇੰਨਾ ਜ਼ਰੂਰ ਦੱਸਿਆ ਕਿ ਲੈਟਰ ਤੇ ਕਲਾਸ ਜ਼ਰੂਰ ਲੱਗੀ ਹੈ, ਤੇ ਲੇਕਿਨ ਸ਼ਾਇਦ ਉਹਨਾਂ ਨੇ ਸਕਰੀਨਸ਼ਾਟ ਉਹਨਾਂ ਨੇ ਖਿੱਚਣਾ ਭੁੱਲ ਗਏ, ਉਹ ਕੀ ਕਹਿੰਦੇ ਉਹਨਾਂ ਨੇ ਨਹੀਂ ਖਿੱਚੀ ਸੀ। ਤੇ ਇਸ ਲਈ ਬਸ ਇਹੀ ਪੁੱਛਣਾ ਹੈ ਕਿ ਲੈਟਰ ਦਾ ਜਿਹੜਾ ਹੈਗਾ ਹੈ, ਜਦੋਂ ਅਸੀਂ ਲੈਟਰ ਲਿਖਦੇ ਹਾਂ ਤੇ ਜਿਹੜਾ ਸਾਡਾ ਲੈਫਟ हैंड ਸਾਈਡ ਹੁੰਦਾ ਵਾ ਉੱਥੋਂ ਸਟਾਰਟ ਕਰੀਦੇ ਆਪਣਾ ਪਹਿਲਾ ਐਡਰੈਸ। ਹਾਂਜੀ ਬੇਟਾ, ਮੈਂ ਤੈਨੂੰ ਇੱਕ ਵਾਰ ਬਰੀਫ ਚ ਦੱਸ ਵੀ ਦਿੰਨੀ ਆ। ਹਾਂਜੀ ਦੇਖੋ ਜਿਹੜਾ ਲੈਟਰ ਹੈ ਨਾ,
जो भी ਅਸੀਂ ਇੱਥੇ ਉਹ ਲਿਖਦੇ ਹਾਂ ਜਿੱਥੋਂ ਅਸੀਂ ਗੱਲ ਕਰ ਰਹੇ ਹਾਂ ਲੈਫਟ ਸਾਈਡ ਤੇ ਮੇਰਾ ਕਰਸਰ ਤੁਹਾਨੂੰ ਨਜ਼ਰ ਆ ਰਿਹਾ ਪੁਆਇੰਟਰ ਨਜ਼ਰ ਆ ਰਿਹਾ ਯੈਸ ਮੈਮ ਹਾਂ ਲੈਫਟ ਸਾਈਡ ਤੇ ਅਸੀਂ ਜਿੱਥੋਂ ਅਸੀਂ ਲੈਟਰ ਲਿਖ ਰਹੇ ਹੁੰਦੇ ਆ ਅਸੀਂ ਉਹ ਐਡਰੈਸ ਲਿਖਦੇ ਆ अपना सब तो पहले जितो उस घर का नंबर जिस घर च तुसी रह रहे हो वो फिर स्ट्रीट फिर एरिया फिर अपनी सिटी का नाम लिखे फिर उस तो बाद डेट लिख दो लिखदा सारे लेफ्ट हैंड साइड पे उस बाद थोड़ी जी स्पेस देके ਅਸੀਂ ਸੈਲੂਟੇਸ਼ਨ ਦਿੰਦੇ ਆ ਸੈਲੂਟੇਸ਼ਨ ਬੋਲਦੇ ਆ ਇਹਨੂੰ ਜਿੱਥੇ ਅਸੀਂ ਸੰਬੋਧਨ ਕਰਦੇ ਆ ਨਾ ਕਿ ਡੀਅਰ ਮਾਈ ਡੀਅਰ ਜਾਂ ਰਿਸਪੈਕਟਡ ਠੀਕ ਹੈ ਉਸ ਤੋਂ ਬਾਅਦ ਬੋਡੀ ਆਫ ਦਾ ਲੈਟਰ ਹੈ ਉਸ ਤੋਂ ਬਾਅਦ ਇਹ ਬੋਡੀ ਆਫ ਦਾ ਲੈਟਰ ਹੈ ਠੀਕ ਹੈ ਐਂਡ ਨੈਕਸਟ ਇਜ਼ ਅਸੀਂ ਐਂਡਿੰਗ ਕਰਦੇ ਆ ਐਂਡਿੰਗ ਕਰਨ ਤੋਂ ਬਾਅਦ ਅਸੀਂ ਆਪਣਾ ਨਾਮ ਲਿਖ ਦਿੰਦੇ ਆ ਜਿਹਨੇ ਉਹ ਲੈਟਰ ਲਿਖਿਆ ਹੁੰਦਾ ਸੋ ਸਾਰਾ ਲੈਟਰ ਤੇ ਰਹੇਗਾ ਇਹ ਸਾਰਾ ਲੈਫਟ ਸਾਈਡ ਤੇ ਰਹੇਗਾ ਹਾਂਜੀ ਤੇ ਮੈਮ ਲੈਟਰ ਦੇ ਪੈਰਾਗ੍ਰਾਫ ਜਿਹੜੇ ਹੁੰਦੇ ਉਹਦੇ ਲਈ ਕੋਈ ਰੂਲ ਤੇ ਨਹੀਂ ਆ ਕਿ ਉਹਦੇ ਲਈ ਕੋਈ ਰੂਲ ਨਹੀਂ ਹੈ ਵੈਸੇ ਲੈਟਰ ਜਿਹੜਾ ਹੈ ਅਗਰ ਜ਼ਿਆਦਾ ਲੌਂਗ ਹੈ ਤਾਂ ਤੁਸੀਂ ਪੈਰਾਗ੍ਰਾਫ ਚ ਕਨਵਰਟ ਕਰ ਸਕਦੇ ਹੋ ਜੇ ਜ਼ਿਆਦਾ ਲੌਂਗ ਨਹੀਂ ਹੈ ਤਾਂ ਪੈਰਾਗ੍ਰਾਫ ਦੀ ਲੋੜ ਨਹੀਂ ਹੈ ਨਾਰਮਲੀ 3 ਪੈਰਾਗ੍ਰਾਫਸ ਹੁੰਦੇ ਨਾਰਮਲੀ ਬਟ ਇਹ ਕੋਈ ਰੂਲ ਨਹੀਂ ਹੈ ਹਾਂਜੀ ਅਗਰ ਤੁਹਾਨੂੰ ਲੱਗਦਾ ਹੈ ਥੋੜਾ ਮੈਟਰ ਵੱਧ ਰਿਹਾ ਤਾਂ ਤੁਸੀਂ ਜ਼ਿਆਦਾ ਵੀ ਬਣਾ ਸਕਦੇ ਹੋ ਬਟ ਨਾਰਮਲੀ ਜਨਰਲੀ ਆਮ ਤੌਰ ਤੇ 3 ਪੈਰਾਗ੍ਰਾਫਸ ਜਿਹੜੇ ਹੈ ਉਹਦੇ ਵਿੱਚ ਲੈਟਰ ਹੋ ਜਾਂਦੀ ਹੈ ਠੀਕ ਹੈ ਹਾਂਜੀ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਕਿ ਇਹ ਮਤਲਬ ਕਿ ਜਿਸ ਤਰ੍ਹਾਂ ਇੱਕ ਪੇਪਰ ਹੈਗਾ ਪੇਪਰ ਉਹਦੇ ਲੈਫਟ ਹੈਂਡ ਸਾਈਡ ਤੋਂ ਅਸੀਂ ਸਟਾਰਟ ਕਰਦੇ ਤੇ ਜਿਸ ਤਰ੍ਹਾਂ ਪੈਰਾਗ੍ਰਾਫ ਹੈ ਇਹ ਸੈਂਟਰ ਦੇ ਵਿੱਚ ਉਹ ਤੇ ਨਹੀਂ ਕਰਨਾ ਹੁੰਦਾ ਕਿ ਸੈਂਟਰ 'ਚ ਪੈਰਾਗ੍ਰਾਫ ਇਹ ਵੀ ਉੱਥੋਂ ਕਰਨਾ ਹੈ ਆਪਾਂ ਪੁਰਾਣੇ ਜ਼ਮਾਨੇ 'ਚ ਕਰਦੇ ਹੁੰਦੇ ਸੀ ਨਾ ਸੈਂਟਰ ਤੋਂ ਪੈਰਾਗ੍ਰਾਫ ਸਟਾਰਟ ਹਾਂਜੀ ਹਾਂਜੀ ਨਹੀਂ ਹੁਣ ਨਹੀਂ ਹੈ ਹਾਂਜੀ ਇਹੀ ਦਰਅਸਲ ਅਸੀਂ ਥੋੜਾ ਬਹੁਤਾ ਪੰਜਾਬੀ 'ਚ ਇਸ ਤਰ੍ਹਾਂ ਸੁਣਿਆ ਸੀ ਤੇ ਇੰਗਲਿਸ਼ 'ਚ ਵੀ ਅੱਜ ਇਹੀ ਹੁੰਦਾ ਤਾਂ ਇਦਾਂ ਹੀ ਆਪਾਂ ਇਦਾਂ ਹੀ ਸੈਂਟਰ ਤੋਂ ਨਹੀਂ ਸ਼ੁਰੂ ਕਰਨਾ ਠੀਕ ਹੈ ਤੇ ਮੈਮ ਐਪਲੀਕੇਸ਼ਨ ਦਾ ਤੇ ਉਹੀ ਰੂਲ ਹੈ ਜਿਸ ਤਰ੍ਹਾਂ ਅਸੀਂ ਪਹਿਲਾਂ ਬੱਚੇ ਐਪਲੀਕੇਸ਼ਨ ਓਕੇ ਗੁੱਡ ਐਪਲੀਕੇਸ਼ਨ ਆਪਾਂ ਕੱਲ ਇਸ ਤਰ੍ਹਾਂ ਕਰਾਂਗੇ ਇੱਕ ਤੋਂ ਐਪਲੀਕੇਸ਼ਨਸ ਕਰ ਲਾਂਗੇ ਓਕੇ ਠੀਕ ਹੈ ਫਿਰ ਕੱਲ ਆਈ ਥਿੰਕ ਕੱਲ ਪੰਜਾਬ ਬੰਦ ਹੈ ਭਾਰਤ ਬੰਦ ਹੀ ਹੈ ਤੇ ਕੱਲ ਆਈ ਥਿੰਕ ਸਾਰੇ ਬੱਚੇ ਫ੍ਰੀ ਹੋਣਗੇ ਕਲਾਸ ਲਗਾ ਸਕਣਗੇ ਯੈਸ ਮੈਮ है ना तो कल क्लास जरूर लगा लेना फिर अपन एप्लीकेशन में 1 या 2 क्लासेस रख लांगे है ना हाँ जी गुड आफ्टरनून हाँ जी गुड आफ्टरनून खुशप्रीत कौर तुसी बहुत दिन बाद आए मैम मेरी क्लासेस ਹੁੰਦੀਆਂ ਸੀਗੀਆਂ ਹਾਂਜੀ मैम actually I want to improve my writing skills what I do for it what should I do for it what should I do for it बच्चा प्रैक्टिस एंड प्रैक्टिस मैं मतलब भी मटेरियल ਵਗੈਰਾ ਜਾਂ ਹੋਰ ਹਨਾ ਆਈ ਟਰਾਈ ਮੈਂ ਹਮੇਸ਼ਾ ਇਹ ਕਰਦੀ ਆ ਕਿ ਤੁਹਾਨੂੰ ਜਿਹੜਾ ਆਪਾਂ ਜੋ ਇਸ ਕਲਾਸ ਵਿੱਚ ਕਰਦੇ ਆ ਨਾ ਤੁਸੀਂ ਇਹਨੂੰ ਹੀ ਬਾਰ-ਬਾਰ ਬੋਲੋਗੇ ਤੁਹਾਡੀ ਆਪਣੇ ਆਪ ਇੰਪਰੂਵ ਹੋ ਜਾਏਗੀ ਬੋਲੋਗੇ ਲਿਖੋਗੇ ਲਿਖ ਕੇ ਦੇਖ ਲਿਆ ਕਰੋ ਓਕੇ ਮੈਮ ਇਹਦੇ ਵਿੱਚ ਆਈ ਟਰਾਈ ਕਿ ਇਹਦੇ ਵਿੱਚ ਮੈਂ ਇਡੀਅਮਸ ਵੀ ਐਡ ਕਰਾਂ ਇਹਦੇ ਵਿੱਚ ਆਪਾਂ ਜਿਵੇਂ ਨਾ this was undoubtedly the most fun field trip to Shimla I have ever had ਇੱਕ ਹੀ ਰਾਈਟਿੰਗ ਸਕਿੱਲਸ ਹੀ ਨੇ ਨਾ ਬੱਚੇ ਤੁਹਾਡੇ ਯੈਸ ਮੈਮ ਯੈਸ ਹੈ ਨਾ ਤਾਂ ਇਹ ਜਿਹੜਾ ਲੈਟਰ ਇਹਨੂੰ ਯਾਦ ਕਰ ਲਓ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਇਹਨੂੰ ਯਾਦ ਕਰੋ ਯਾਦ ਕਰਕੇ ਲਿਖੋ ਤੁਹਾਨੂੰ ਬੋਲਣ ਦੀ ਵੀ ਪ੍ਰੈਕਟਿਸ ਹੋ ਜਾਏਗੀ ਤੁਹਾਨੂੰ ਲਿਖਣ ਦੀ ਵੀ ਹੋ ਜਾਏਗੀ ਤੁਹਾਨੂੰ ਸੁਣਨ ਦੀ ਵੀ ਹੋ ਜਾਏਗੀ ਆਪਣੇ ਆਪ ਹੀ ਓਕੇ ਮੈਮ ਹਾਂ ਜੋ ਵੀ ਮੈਟਰ ਆਪਾਂ ਇੱਥੇ ਕਰਦੇ ਹਾਂ that is why I keep on typing and typing ਦੇਖੋ ਮੈਂ ਅੱਗੇ ਵੀ ਜਿਹੜੇ ਤੁਹਾਨੂੰ ਈਡੀਅਮਸ ਵੀ ਕਰਵਾਏ ਸੀ ਜਾਂ ਅਸੀਂ ਆਪੋਜ਼ਿਟ ਵੀ ਕਰਦੇ ਆ ਸੋ ਉਹਦੇ ਵਿੱਚ ਮੈਂ ਸੈਂਟੈਂਸਸ ਐਡ ਕਰਦੀ ਹੁੰਦੀ ਸੀ ਕਿਉਂਕਿ ਮੈਨੂੰ ਵੀ ਮੇਰਾ ਵੀ ਇਹੀ ਮਨ ਹੁੰਦਾ ਹੈ ਕਿ ਤੁਹਾਨੂੰ ਤੁਹਾਡੇ ਰਾਈਟਿੰਗ ਸਕਿੱਲਸ ਇੰਪਰੂਵ ਕੀਤੇ ਜਾਣ ਯੈਸ ਮੈਮ ਤੁਸੀਂ ਇੱਕ ਆਰਟੀਕਲ ਰਾਈਟਿੰਗ ਬਾਰੇ ਵੀ ਥੋੜਾ ਜਿਹਾ ਲੈ ਸਕਦੇ ਹੋ ਇੱਕ ਸੈਸ਼ਨ ਆਰਟੀਕਲ ਰਾਈਟਿੰਗ ਓਕੇ ਹਾਂ ਵੀ ਡੂ ਦੈਟ ਸ਼ੋਰ ਬੱਚੇ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਹੈ ਕਿਉਂਕਿ ਆਪਾਂ ਨਾ ਐਵਰੇਜ ਨੂੰ ਲੈ ਕੇ ਚੱਲਦੇ ਆ ਸਾਡੀ ਕਲਾਸ ਦੇ ਵਿੱਚ ਨਾ ਜ਼ਿਆਦਾਤਰ ਸਟੂਡੈਂਟਸ ਹੈ ਉਹ ਹਜੇ ਜਿਵੇਂ ਕਹਿ ਲਓ ਬਿਗਨਰਸ ਹੀ ਹੈਗੇ ਸੀਗੇ ਹੈਨਾ ਆਪਾਂ ਥੋੜਾ ਜਿਹਾ ਹੋਰ ਰੁਕ ਜਾਈਏ ਲੈਟਰਸ ਕਰ ਲਈਏ ਛੋਟੇ ਛੋਟੇ ਪੈਰਾਗ੍ਰਾਫਸ ਕਰ ਲਈਏ ਫਿਰ ਆਪਾਂ ਆਰਟੀਕਲ ਰਾਈਟਿੰਗ ਦੇ ਵਿੱਚ ਚੱਲਾਂਗੇ ਆਰਟੀਕਲ ਰਾਈਟਿੰਗ ਜਿਹੜੀ ਹੈ ਨਾ ਉਹਦੇ ਵਿੱਚ ਮਤਲਬ ਆਪਾਂ ਈਡੀਅਮਸ ਵੀ ਯੂਜ਼ ਕਰ ਸਕਦੇ ਆ ਉਹਦੇ ਵਿੱਚ ਉਹਦੇ ਲਈ ਬਹੁਤ ਜ਼ਿਆਦਾ ਸਕਿੱਲ ਦੀ ਜ਼ਰੂਰਤ ਹੁੰਦੀ ਹੈ ਹੈਨਾ ਯੈਸ ਮੈਮ so we can start with small articles yes of course yes ma'am ਆਪਾਂ ਕਰਾਂਗੇ ਜ਼ਰੂਰ ਕਰਾਂਗੇ till then ਤੁਸੀਂ ਇਹ ਜੋ ਪਿੱਛੇ ਲੈਟਰ ਰਾਈਟਿੰਗ ਵਿੱਚ ਮੈਂ ਬਹੁਤ ਸਾਰੇ ਲੈਟਰਸ ਕਰਾਏ ਸੀ ਉਹ ਕਰੋ ਉਹ ਵੀ they are going to help you a lot yes ma'am thank you ma'am undoubtedly ਬੱਚੇ undoubtedly ਲੈਟਰ ਫਰਸਟ ਸਲਾਈਡ ਸ਼ੋ ਕਰਨਾ ਓਕੇ ਕਰਦੀ ਹਾਂ ਜੀ ਬੱਚੇ ਪ੍ਰੋਸਪਰਸ ਹੁੰਦਾ ਹੈ खुशहाल है ना जो खुशहाली प्रॉस्पेरिटी
खुशहाल। अच्छा, एक इन्होंने पूछा मेंटर, MENTOR, मेंटोर भी कह देंगे, मेंटर भी ठीक है। सो मेंटर हुंदा वो इंसान जो तुहाडा एक बड़ा जिवें ट्रस्टिड वो होवे, तुहानू गाइड करदा होवे, है ना, जिन्हें तुहानू टीच कीता होवे, तुहानू हर स्टेप ते गाइड कीता होवे, उन्हें मेंटर कहते हैं। ठीक है, जो सलाह भी दे सकते हैं। हाँ बच्चे, सलाह जिहड़ा हुंदा है वो काउंसलर हुंदे हैं, जिवें जो तुहानू सलाह दिंदे हैं ना। मेंटर हुंदे जो तुहानू तुहाडी एक जिंदगी दे विच टीचर और काउंसलर दोनों दा काम करदे हैं। ठीक है, वो मेंटर हो गए, समझ गए, सलाह दे सकते हैं। बिल्कुल, तुसी जदों तुहानू लगदा है कि मैनू इत्थे की करना चाहिए, तुसी उन्हां तों सलाह भी लैंदे हो, तुहाडे टीचर भी हुंदे हैं। ओके, सो वो हुंदे मेंटर। हाँ जी, होर कोई वर्ड किसी ने पूछना है? कंसेंट, CONSENT कंसेंट हुंदा है। जिवें असीं कहा कि हुण करोना टाइम चल रहा है ते स्टूडेंट्स ने स्कूल आना है, बट पेरेंट्स दी कंसेंट दे नाल। सो कंसेंट मतलब पेरेंट्स जदों उस हामी भरनगे उस चीज दी, है ना। कंसेंट मतलब उस जे अगर उन्होंने कहा रजामंदी, वेरी गुड, रजामंदी, कंसेंट हुंदा है रजामंदी। ठीक है, सो कंसेंट, ठीक है, भी उन्हां दी भी कंसेंट ले लो, की कहंदे उन्हां दी भी कंसेंट ले लो। सो उन्हां दी भी रजामंदी ले लो कि वो हाँ करते हैं, राजी हुंदे हैं कि नहीं हाँ करवाना, जिवें, तो दैट इज कंसेंट। ठीक है, वो कंसेंट लेटर आजकल जी। सेंसस, CENCUS, सेंसस हुंदा है जनगणना, जनगणना, सेंसस जिवें काउंटिंग हुंदी है ना पॉपुलेशन दी, सो दैट इज सेंसस, पॉपुलेशन दी काउंटिंग नू कहा जाता है। ठीक है, जिवें असीं कहंदे आ 2011 दी सेंसस दे अनुसार इंडिया दी आबादी इन्नी सी। सो सेंसस, जनगणना। ओके, जनगणना। कोरिलेशन, कोरिलेशन मतलब आपस दे विच रिलेशन। स्टैटिस्टिक्स पढ़ रहे हो कमलजीत कौर? स्टैटिस्टिक्स पढ़ रहे हो? यस, ਉਹਦੇ ਵਿੱਚ ਹੈ कोरिलेशन, आपस की रिलेशन है ना, कोफिशिएंट ऑफ कोरिलेशन, कोरिलेशन। सो ये स्टैटिस्टिक्स दी टर्म है। ओके, ओके देन I'm going to sign off now. If you have any questions, you can ask me. Meaning of withdraw, withdraw ਹੁੰਦਾ वापस ले लेना, withdraw वापस ले लेना। ठीक है, ओके जी, we'll meet tomorrow same time। वाहिगुरू जी का खालसा, वाहिगुरू जी की फतेह।